ਭਇਓ ਮੋਮ ਦਿਲ ਸੋਏ। ਆਗੇ ਕੋ ਭੈ ਮਾਨਿਓ ਜਹ ਸਜਾਏ ਅਤ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਪਾਰੂ ਬਾਦਸ਼ਾਹ ਦਾ। ਰੋਮ ਵਲਾਇਤ ਇੱਕ ਦੇਸ਼, ਇੱਥੋਂ ਦਾ ਇੱਕ ਰਾਜਾ ਹੋਇਆ ਜਿਹਨੂੰ ਕਾਰੂ ਬਾਦਸ਼ਾਹ ਕਹਿੰਦੇ ਸੀ। ਵਾਸਤਵ ਦੇ ਵਿੱਚ ਇਹ ਇਰਾਨੀ ਰਾਜਾ ਸੀ। ਇਹ ਈਰਾਨ ਤੋਂ ਬਾਅਦ ਇਸ ਨੇ ਰੋਮ ਨੂੰ ਵੀ ਜਿੱਤ ਲਿਆ ਸੀ। ਰੋਮ ਵੀ ਇਹਦੇ ਅਧੀਨ ਸੀ। ਪਰ ਇਹ ਦੋ ਕਾਰੂ ਹੋਏ ਨੇ। ਇੱਕ ਕਾਰੂ ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਪਹਿਲਾਂ, ਕਈ ਸਦੀਆਂ ਪਹਿਲਾਂ ਹੋਇਆ। ਇਹਨੂੰ ਕਾਰੂ ਹਮੀਦ ਕਹਿੰਦੇ ਨੇ, ਜਿਹੜਾ ਗੁਰੂ ਸਾਹਿਬ ਜੀ ਦਾ ਸਮਕਾਲੀ ਹੋਇਆ। ਸਤਿਗੁਰੂ ਜੀ ਨੇ ਇਸ ਰਾਜੇ ਨੂੰ ਸਮਝਾਇਆ ਕਿ ਜਿਹੜਾ ਤੂੰ 45 ਗੰਜ ਖਜ਼ਾਨਾ ਇਕੱਠਾ ਕੀਤਾ ਹੈ, ਤੇਰਾ ਭਰਾ ਹਾਰੂਨ ਮਰਿਆ, ਕਿ ਉਹ ਕੋਈ ਆਪਣੇ ਨਾਲ ਲੈ ਕੇ ਗਿਆ? ਕਹਿਣ ਲੱਗਾ ਜੀ ਨਹੀਂ। ਤੇ ਤੂੰ ਕੀ ਲੈ ਕੇ ਜਾਏਗਾ ਭਾਈ? ये जो पैसे ने ये दमड़ा तिसी का जो खर्चे अर खाए। पैसा सिर्फ ओदा जिन्हें खा लिया ते खर्च लिया। जिहड़े साडे पुरखे हुंदे सी ना, वो बहुता इसे थ्योरी ते काम करदे सी।
ਉਹਨਾਂ ਕੁ ਕਮਾ ਲਿਆ, ਉਹਨਾਂ ਕੁ ਖਾ ਲਿਆ। ਹੌਲੀ ਹੌਲੀ ਅਸੀਂ ਧਨ ਇਕੱਠਾ ਕਰਨ ਵਾਲੇ ਪਾਸੇ ਤੁਰ ਪਏ। ਪਰ ਜਿਨ੍ਹਾਂ ਗੋਰੇ ਲੋਕਾਂ ਨੂੰ ਅਸੀਂ ਕਹਿੰਦੇ ਜੀ ਉਹ ਤਾਂ ਰੱਬ ਨੂੰ ਮੰਨਦੇ ਹੀ ਨਹੀਂ, ਉਹ ਅੱਜ ਵੀ ਇਸੇ ਥਿਊਰੀ ਤੇ ਕੰਮ ਕਰਦੇ ਨੇ। ਉਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕਰਦੇ ਨੇ, ਸ਼ਨੀਚਰ ਐਤਵਾਰ ਖਾ ਲੈਂਦੇ ਨੇ, ਸੋਮਵਾਰ ਫਿਰ ਕੰਮ ਤੇ ਤੁਰ ਜਾਂਦੇ ਨੇ। ਅਸਲੀ ਗੋਰੇ ਉਹ ਨੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਆਪਣਾ ਸਭ ਤੋਂ ਪਹਿਲਾ ਕੰਮ ਕੀ ਕਰਦੇ, ਆਪਣਾ ਘਰ ਵੇਚਦੇ ਨੇ ਤੇ ਵਰਲਡ ਟੂਰ ਤੇ ਤੁਰ ਪੈਂਦੇ ਨੇ, ਦੁਨੀਆ ਵੇਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਇੱਕ ਦਿਨ ਅਸੀਂ ਚਲੇ ਜਾਣਾ ਹੈ। ਇੱਥੇ ਜਿਹਦੀ ਰਿਟਾਇਰਮੈਂਟ ਹੋਵੇ, ਹਫ਼ਤੇ ਬਾਅਦ ਉਹਨੂੰ ਹਾਰਟ ਅਟੈਕ ਹੋ ਜਾਂਦਾ ਵੀ ਹੁਣ ਬੱਚਿਆਂ ਦਾ ਕੀ ਹੋਏਗਾ, ਪਰਿਵਾਰ ਦਾ ਕੀ ਹੋਏਗਾ। 6 ਮਹੀਨੇ ਪਹਿਲਾਂ ਉਹਦਾ ਆਪਣਾ BP ਘਟਣ ਲੱਗ ਜਾਂਦਾ ਹੈ ਕਿ ਮੇਰੀ ਰਿਟਾਇਰਮੈਂਟ ਹੋ ਜਾਣੀ ਹੈ, ਇਸ ਤੋਂ ਬਾਅਦ ਮੈਂ ਕੀ ਕਰਾਂਗਾ। ਮਤਲਬ ਸਾਡੀ ਸਕੂਲਿੰਗ ਵਿੱਚ ਹੀ ਫਰਕ ਹੈ, ਪੜ੍ਹਾਈ ਵਿੱਚ ਹੀ ਬਹੁਤ ਫਰਕ ਹੈ। ਸਭ ਤੋਂ ਵੱਧ ਧਰਮ ਨੂੰ ਮੰਨਣ ਵਾਲੇ ਲੋਕ ਅਸੀਂ ਅਸਮੰਜਸ ਵਿੱਚ ਜਿਉਂਦੇ ਹਾਂ। ਸਾਡੇ ਵਿੱਚ ਵੀ ਦੋ ਹੀ ਤਰ੍ਹਾਂ ਦੇ ਲੋਕ ਨੇ, ਜਾਂ ਤੇ ਉਹ ਨੇ ਜਿਹੜੇ ਬਿਲਕੁਲ ਹੀ ਨੰਗੇ ਤੁਰੇ ਫਿਰਦੇ ਨੇ, ਕੱਛੀ ਵੀ ਨਹੀਂ ਪਾਉਣੀ, ਤੇ ਕਈ ਉਹ ਨੇ ਵੀ ਜਿਨ੍ਹਾਂ ਦੇ ਮਰਨ ਤੋਂ ਬਾਅਦ ਫਿਰ ਲੋਕ ਸਾਡੇ ਕੋਲ ਆਉਂਦੇ ਨੇ, ਗਿਆਨੀ ਜੀ ਸਰਦਾਰ ਜੀ ਦੇ ਕੱਪੜੇ ਬੜੇ ਪਏ ਨੇ। ਹੁਣ ਬੰਦਾ ਪੁੱਛੇ ਵੀ ਤੁਹਾਡੇ ਮਰੇ ਦੇ ਕੱਪੜੇ ਕੌਣ ਪਾਵੇ, ਤੁਸੀਂ ਜਿਉਂਦਿਆਂ ਵੰਡਦੇ ਤੇ ਲੋਕਾਂ ਨੇ ਖੁਸ਼ ਹੋ ਕੇ ਪਾ ਲੈਣੇ ਸੀ ਵੀ ਅੰਕਲ ਜੀ ਨੇ ਮੈਨੂੰ ਪੈਂਟ ਦਿੱਤੀ, ਅੰਕਲ ਜੀ ਨੇ ਮੈਨੂੰ ਕੋਟ ਦਿੱਤਾ, ਅੰਕਲ ਜੀ ਨੇ ਮੈਨੂੰ ਆਪਣੀ ਸ਼ਰਟ ਦਿੱਤੀ। ਜਿਉਂਦਿਆਂ ਤੇ ਦਿੱਤਾ ਕੁਛ ਨਹੀਂ, ਤੇ ਮਰਨ ਤੋਂ ਬਾਅਦ ਅਸੀਂ ਕਹਿੰਦੇ ਜੀ ਕੋਈ ਪਾ ਲਿਆ। ਅਗਲਾ ਕਹਿੰਦਾ ਜੀ ਮੈਂ ਕਿਉਂ ਪਾਵਾਂ, ਮਰਿਆਂ ਦੇ ਕੱਪੜੇ ਮੈਂ ਕਿਉਂ ਪਾਵਾਂ। ਤੇ ਜਾਂ ਸਾਡੇ ਵਿੱਚ ਉਹ ਨੇ ਜਿਹੜੇ ਬਿਲਕੁਲ ਅਲਫ ਨਗਨ ਤੁਰੇ ਫਿਰਦੇ ਨੇ। ਸਤਿਗੁਰੂ ਦੀ ਬਾਣੀ ਨੇ ਖੁਦ ਇਸ ਗੱਲ ਦਾ ਸਾਨੂੰ ਉਪਦੇਸ਼ ਦਿੱਤਾ ਹੈ ਕਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪ੍ਰਮੰਤ। ਜਿਸ ਗ੍ਰਹਿ ਬਹੁਤ, ਜਿਸ ਘਰ ਵਿੱਚ ਬਹੁਤੀ ਹੈ ਉੱਥੇ ਚਿੰਤਾ ਬੜੀ ਹੈ। ਕੋਈ ਲੈ ਨਾ ਜਾਏ, ਕੋਈ ਮੰਗਣ ਨਾ ਆ ਜਾਏ, ਕੋਈ ਲੁੱਟ ਕੇ ਨਾ ਲੈ ਜਾਏ। ਤੇ ਜਿਸ ਘਰ ਵਿੱਚ ਹੈ ਨਹੀਂ, ਉਹ ਵਿਚਾਰਾ ਸਾਰਾ ਦਿਨ 2 ਰੋਟੀਆਂ ਪਿੱਛੇ ਤੁਰਿਆ ਫਿਰਦਾ, ਉਹਦਾ ਸਫ਼ਰ ਹੀ ਬਹੁਤ ਲੰਬਾ ਹੋ ਜਾਂਦਾ ਹੈ। ਅਮੂਮਨ ਨਾ ਸਾਡੇ 'ਚ ਇੱਕ ਆਦਤ ਹੈ, ਕਹਿੰਦੇ ਜੀ ਕੀੜੀ ਦਾ ਜੀ ਢਿੱਡ ਨਿੱਕਾ ਜਿਹਾ ਹੈ। ਉਹ ਭਰਾਵਾ ਢਿੱਡ ਨਿੱਕਾ, ਉਹਦੀਆਂ ਲੱਤਾਂ ਕਿੰਨੀਆਂ ਨਿੱਕੀਆਂ ਨੇ। ਜੇ ਰੱਬ ਨੇ ਉਹਦਾ ਢਿੱਡ ਨਿੱਕਾ ਲਾਇਆ ਤਾਂ ਉਹਦੀਆਂ ਲੱਤਾਂ ਉਦੋਂ ਨਿੱਕੀਆਂ ਕਰ ਦਿੱਤੀਆਂ ਨੇ, ਉਹ ਤੇ ਵਿਚਾਰੀ ਸਫ਼ਰ ਕਰਦੀ ਮਰ ਜਾਂਦੀ ਹੈ। ਤੋ ਸਤਿਗੁਰੂ ਜੀ ਨੇ ਕਾਰੂ ਬਾਦਸ਼ਾਹ ਨੂੰ ਸਮਝਾਇਆ ਸੀ ਵੀ ਇਹ ਦੌਲਤ ਤੇਰੇ ਕਿਸੇ ਕੰਮ ਨਹੀਂ ਹੈ। ਇੱਕ ਨਸੀਹਤਨਾਮਾ ਜਿਹਦੀ ਆਪਾਂ ਬੜੀ ਸਾਰੀ ਕੱਲ ਕਥਾ ਸੁਣੀ ਹੈ, ਇਸ ਤੋਂ ਅੱਗੇ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਕਾਰੂ ਸੁਨ ਹੈਰਾਨ ਹੋਏ, ਭਇਓ ਮੋਮ ਦਿਲ ਸੋਏ। ਕਾਰੂ ਨੇ ਸੁਣਿਆ ਤੇ ਬੜਾ ਹੈਰਾਨ ਹੋਇਆ ਵੀ ਇਹ ਫਕੀਰ ਨੂੰ ਕਿਵੇਂ ਪਤਾ ਹੈ, ਇਹਨੂੰ ਇਹ ਸਾਰੀਆਂ ਗੱਲਾਂ ਕਿਹਨੇ ਦੱਸੀਆਂ ਵੀ ਮੇਰੇ ਭਰਾ ਕੋਲ ਇੰਨੇ ਗੰਜ ਸੀ, ਮੇਰੇ ਕੋਲ ਇੰਨੇ ਗੰਜ ਹੈ। ਹੁਣ ਉਹਦਾ ਦਿਲ ਜਿਹੜਾ ਸੀ ਉਹ ਮੋਮ ਹੋ ਗਿਆ। ਮੋਮ ਤੋਂ ਭਾਵ ਨਰਮ, ਪੱਥਰ ਤੋਂ ਭਾਵ ਹੁੰਦੀ ਹੈ ਸਖਤ। ਪੱਥਰ ਇੱਕ ਵਸਤੂ ਵੀ ਹੈ, ਪੱਥਰ ਇੱਕ ਦ੍ਰਿਸ਼ਟਾਂਤ ਵੀ ਹੈ ਵੀ ਇਹ ਬੰਦਾ ਥੋੜਾ ਹੈ, ਕਹਿੰਦੇ ਤੇ ਪੱਥਰ ਹੈ ਵੀ ਇਹਨੇ ਭਿੱਜਣਾ ਹੀ ਨਹੀਂ। ਜਿੰਨੀਆਂ ਮਰਜ਼ੀ ਇਹਦੇ ਅੱਗੇ ਤਰਲੇ ਮਿੰਨਤਾਂ ਬੇਨਤੀਆਂ ਕਰ ਲੋ, ਇਹਨੇ ਇਹਦੇ ਤੇ ਅਸਰ ਹੀ ਨਹੀਂ ਹੋਣਾ।
ਜਿਹੜਾ ਟਸ ਤੋਂ ਮਸ ਨਾ ਹੋਵੇ ਅਸੀਂ ਉਹਨੂੰ ਪੱਥਰ ਕਹਿ ਦਿੰਦੇ ਹਾਂ। ਪੱਥਰ ਦਾ ਵੀ ਇਹੀ ਸੁਭਾਅ ਹੈ ਕਿ ਉਹਨੂੰ ਭਾਵੇਂ ਖੂਹ ਵਿੱਚ 6 ਮਹੀਨੇ ਰੱਖ ਛੱਡੋ, ਜਦੋਂ ਕੱਢੋਗੇ ਸੁੱਕਾ। ਨਦੀ 'ਚ ਸਾਲ ਰੱਖ ਛੱਡੋ, ਜਦੋਂ ਕੱਢੋਗੇ ਉਦੋਂ ਹੀ ਸੁੱਕਾ, ਭਿੱਜਦਾ ਹੀ ਨਹੀਂ ਉਹ। ਇਹ ਤਾਂ ਸਿਆਣੇ ਕਹਿੰਦੇ ਨੇ ਵੀ ਭਾਈ ਖੂਹ 'ਚ ਇੱਟ ਡਿੱਗੀ ਹੈ ਤੇ ਕਦੇ ਸੁੱਕੀ ਥੋੜ੍ਹਾ ਨਿਕਲਦੀ ਹੈ, ਇੱਟ ਗਿੱਲੀ ਹੋ ਜਾਂਦੀ ਹੈ। ਜਿਹੜੇ ਇਮਾਰਤ ਦਾ ਕੰਮ ਕਰਦੇ ਨੇ ਉਹ ਬਕਾਇਦਾ ਇੱਟਾਂ ਤਰ ਕੀਤੀਆਂ ਜਾਂਦੀਆਂ ਨੇ, ਕਈ ਤਰ੍ਹਾਂ ਦੀ ਚਿਣਾਈ ਕਰਨੀ ਹੋਵੇ ਤਾਂ। ਪਰ ਪੱਥਰ ਕਦੇ ਵੀ ਭਿੱਜਦਾ ਨਹੀਂ। ਕਾਰੂ ਜਿਹੜਾ ਸੀ ਉਹ ਹੁਣ ਮੋਮ ਹੋ ਗਿਆ ਜਦੋਂ ਉਹਨੇ ਗੁਰੂ ਜੀ ਦਾ ਇਹ ਨਸੀਹਤਨਾਮਾ ਸੁਣਿਆ। ਹਾਂਜੀ। ਆਗੇ ਕੋ ਭੈ ਮਾਨਿਓ ਜਹ ਸਜਾਏ ਅਤ ਹੋਏ। ਗੁਰੂ ਜੀ ਨੇ ਉਹਨੂੰ ਦੱਸਿਆ ਸੀ ਕਿ ਗੱਲ ਇੱਥੇ ਮੁੱਕਣੀ ਨਹੀਂ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਆਪਾਂ ਸਾਰੇ ਕਹੀ ਜਾਂਦੇ ਜੇ ਦੋਜਕ ਦੀ ਅਗਨੀ 'ਚ ਸੜਨਾ ਪੈਂਦਾ ਹੈ, ਪੁੱਛੋ ਵੀ ਉਹਦੇ ਬਾਰੇ ਕੋਈ ਨੌਲੇਜ ਵੀ ਹੈ? ਦੋਜਕ ਦੀ ਅਗਨੀ ਕੀ ਚੁੱਲ੍ਹੇ ਦੀ ਅਗਨੀ ਹੈ, ਤੰਦੂਰ ਦੀ ਅਗਨੀ ਹੈ? ਉਹ ਕਿਹੜੀ ਅਗਨੀ? ਭੱਠੀ ਦੀ ਅਗਨੀ ਹੈ? ਕਿਹੋ ਜਿਹੀ ਅੱਗ ਹੈ? ਤੇ ਕੱਲ ਅਸੀਂ ਸੁਣਿਆ ਸੀ ਕਿ ਜਿਹੜੀ ਦੋਜਕ ਦੀ ਅਗਨੀ ਉਹ ਕਈ ਮੀਲਾਂ ਵਿੱਚ ਹੈ। ਇਹ ਨਹੀਂ ਵੀ 1-2 ਮੀਟਰ 'ਚ ਹੈ, 2-4 ਕਿਲੋਮੀਟਰਾਂ 'ਚ, ਨਹੀਂ, ਕਈ ਕੋਸ ਦੋਜਕ ਦੀ ਅਗਨੀ ਦੇ ਵਿੱਚੋਂ ਬੰਦੇ ਨੂੰ ਲੰਘਾਇਆ ਜਾਂਦਾ ਹੈ, ਸਾੜਿਆ ਜਾਂਦਾ ਹੈ। ਇਹ ਜਿਹੜਾ ਕਾਰੂ ਬਾਦਸ਼ਾਹ ਸੀ ਇਹ ਡਰ ਗਿਆ। ਆਗੇ ਕੋ ਭੈ ਮਾਨਿਓ ਜਹ ਸਜਾਏ ਅਤ ਹੋਏ। ਅੱਗੇ ਜਾ ਕੇ ਸਜ਼ਾਵਾਂ ਮਿਲਣਗੀਆਂ। ਸਤਿਗੁਰੂ ਦੀ ਬਾਣੀ ਪੜ੍ਹੋ, ਦੇ ਵਿੱਚ 2 ਪੰਕਤੀਆਂ ਆਉਂਦੀਆਂ ਨੇ ਕਿ ਜਿਨ ਮਨ ਭਾਉ ਤਿਨਾ ਮਨ ਭਾਉ। ਅਮੂਮਨ ਤੁਸੀਂ ਪੜ੍ਹੋਗੇ ਕਿ ਰੱਬ ਡਰਾਉਂਦਾ ਨਹੀਂ ਹੈ, ਰੱਬ ਤੋਂ ਡਰਨ ਦੀ ਲੋੜ ਨਹੀਂ ਹੈ। ਬਿਲਕੁਲ ਠੀਕ ਹੈ, ਡਰਾਉਂਦੀ ਤੇ ਮਾੜੀ ਚੀਜ਼ ਹੁੰਦੀ ਹੈ। ਚੰਗੀਆਂ ਚੀਜ਼ਾਂ ਦਾ ਡਰ ਕਿਵੇਂ ਹੋ ਸਕਦਾ, ਕਿਉਂ ਹੋਣਾ ਚਾਹੀਦਾ? ਪਰ ਇੱਥੇ ਭਉ ਦਾ ਅਰਥ ਜਿਹੜਾ ਹੈ ਇਹ 2 ਅਰਥ ਹੁੰਦੇ ਨੇ। ਵੇਖੋ, ਘਰ 'ਚ ਬਜ਼ੁਰਗ ਹੈ, ਸਾਰਾ ਪਰਿਵਾਰ ਡਰਦਾ। ਡਰਨ ਦੇ 2 ਕਾਰਨ ਹੁੰਦੇ। ਕਿਤੇ ਵੀ ਇਹਨੇ ਬਾਪੂ ਨੇ ਹੁਣੇ ਡੰਡਾ ਚੁੱਕ ਲੈਣਾ ਹੈ ਤੇ ਛਿਲ ਮੁੱਛ ਦੇਗਾ ਭਾਈ। ਇੱਕ ਹੁੰਦਾ ਕਿ ਨਹੀਂ, ਬਾਪੂ ਜੀ ਬੈਠੇ ਨੇ, ਨਹੀਂ ਭਾਈ ਆਪਾਂ ਰੌਲਾ ਨਹੀਂ ਪਾਉਣਾ, ਆਪਾਂ ਨੰਗੇ ਸਿਰ ਘਰ 'ਚ ਨਹੀਂ ਘੁੰਮਣਾ, ਆਪਾਂ ਆਪਸ ਦੇ ਵਿੱਚ ਕੋਈ ਤਕਰਾਰ ਨਹੀਂ ਕਰਨਾ, ਬਜ਼ੁਰਗ ਬੈਠੇ ਨੇ। ਡਰ ਵੀ ਜਿਹੜਾ ਹੈ ਨਾ ਇਹ 2 ਤਰ੍ਹਾਂ ਦਾ ਹੈ। ਇੱਕ ਡੰਡੇ ਦਾ ਡਰ ਹੈ, ਇੱਕ ਕਿਸੇ ਦੇ ਅਦਬ ਦਾ ਡਰ ਹੈ। ਹੁਣ ਤੁਸੀਂ ਗੁਰਦੁਆਰੇ ਆਉਂਦੇ ਹੋ, ਤੁਸੀਂ ਚੌਕੜੀ ਮਾਰ ਕੇ ਬੈਠਦੇ ਹੋ, ਇਹ ਕਿਹੜਾ ਡਰ ਹੈ? ਤੁਸੀਂ ਆ ਕੇ ਮੱਥਾ ਟੇਕਿਆ, ਸਿਰ ਢੱਕ ਕੇ ਆਏ, ਪੈਰ ਧੋ ਕੇ ਆਏ, ਜੁੱਤੀ ਉਤਾਰ ਕੇ ਆਏ, ਹੱਥ ਜੋੜ ਕੇ ਆਏ, ਇਹ ਅਦਬ ਹੈ। ਗੁਰੂ ਨੇ ਸਾਨੂੰ ਅਦਬ ਸਿਖਾਇਆ। ਪਿਆਰ ਦੇ ਵਿੱਚ ਅਦਬ ਹੁੰਦਾ ਹੈ, ਡਰ ਨਹੀਂ ਹੁੰਦਾ। ਡਰ ਹਮੇਸ਼ਾ ਮਾੜੀਆਂ ਚੀਜ਼ਾਂ ਦਾ ਹੁੰਦਾ ਹੈ। ਤੋ ਜਿਨ੍ਹਾਂ ਦੇ ਮਨ ਵਿੱਚ ਅਦਬ ਹੈ, ਪਿਆਰ ਸਿਰਫ ਉਹਨਾਂ ਕੋਲ ਹੁੰਦਾ, ਇਹ ਚੇਤਾ ਰੱਖਿਓ। ਹੁਣ ਜਿਵੇਂ ਪੁਲਿਸ ਹੈ, ਤੁਸੀਂ ਕੀ ਸੋਚਦੇ ਵੀ ਜੇ ਪੁਲਿਸ ਤੋਂ ਲੋਕ ਡਰਦੇ ਨੇ ਤੇ ਲੋਕ ਪੁਲਿਸ ਨੂੰ ਪਿਆਰ ਕਰਦੇ ਨੇ? ਨਾ, ਨਫ਼ਰਤ ਕਰਦੇ ਨੇ ਲੋਕ। ਜੇ ਡਰਦੇ ਨੇ ਤੇ ਲੋਕ ਨਫ਼ਰਤ ਵੀ ਕਰਦੇ ਨੇ, ਰਿਸਪੈਕਟ ਕੋਈ ਨਹੀਂ ਹੈ। ਕੱਲ੍ਹ ਜਾਂ ਪਰਸੋਂ ਇੱਕ ਸੱਜਣ ਮੈਨੂੰ ਦੱਸ ਰਿਹਾ ਸੀਗਾ, ਬੜੇ ਵੱਡੇ ਰੈਂਕ ਤੋਂ, ਪੁਲਿਸ ਤੋਂ ਉਹਦੀ ਰਿਟਾਇਰਮੈਂਟ ਹੋਈ। ਕਹਿੰਦਾ ਗਿਆਨੀ ਜੀ ਸਾਡੇ ਤਾਂ ਜਿਹੜੇ ਪੁਲਿਸ ਅਫਸਰ ਹੁੰਦੇ ਨੇ, ਕਹਿੰਦੇ ਰਿਟਾਇਰਮੈਂਟ ਤੋਂ ਬਾਅਦ ਅੱਧੇ ਤੋਂ ਉੱਧ ਨਹੀਂ ਮਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਰੋਬ ਦਾਬ 'ਚ ਫਿਰਨ ਤੁਰਨ ਦੀ ਆਦਤ ਪਈ ਹੁੰਦੀ ਹੈ।
ਤਾਂ ਅਗਲੇ ਅਰਦਲੀ ਵੀ ਖੋਹ ਲਿਆ, ਡਰਾਈਵਰ ਵੀ ਖੋਹ ਲਿਆ, ਬਾਡੀਗਾਰਡ ਵੀ ਖੋਹ ਲਏ, ਗੱਡੀ ਵੀ ਖੋਹ ਲਈ। ਤੋ ਜਿਹਨੂੰ ਥਾਣੇ 'ਚ ਬਹਿ ਕੇ ਦਬਕੇ ਮਾਰਨ ਦੀ ਆਦਤ ਹੁੰਦੀ ਹੈ, ਹੁਣ ਅਗਲੇ ਬੰਨੇ ਲੱਭਦਾ ਕੁਛ ਨਹੀਂ ਹੈ, ਤੇ ਡਰਾ ਡਰਾ ਕੇ ਲੋਕਾਂ ਨਾਲ ਉਹਨੇ ਆਪਣੀ ਸਾਂਝ ਉੱਦਾਂ ਗਵਾ ਲਈ ਹੁੰਦੀ ਹੈ। ਕਹਿੰਦੇ ਜਿਹੜਾ ਪੁਲਿਸ ਅਫਸਰ ਦੇ ਨਾਲ ਜਿਹੜੇ 100% ਲੋਕ ਵਰਤਦੇ ਨੇ ਨਾ, ਨੌਕਰੀ ਜਾਣ ਤੋਂ ਬਾਅਦ 5% 10% ਵੀ ਨਹੀਂ ਵਰਤਦੇ। ਉਹ ਵੀ ਥੋੜ੍ਹੇ ਲੋਕ ਜਿਨ੍ਹਾਂ ਨੇ ਇਹਨਾਂ ਥਾਵਾਂ 'ਤੇ ਬਹਿ ਕੇ ਕੋਈ ਨੇਕੀ ਕੀਤੀ ਹੁੰਦੀ ਹੈ, ਉਹਨਾਂ ਦੇ ਕਨੈਕਸ਼ਨ ਰਿਲੇਸ਼ਨ ਰਹਿ ਜਾਂਦੇ, ਬਾਕੀਆਂ ਤੇ ਖਤਮ ਹੋ ਜਾਂਦਾ ਸਾਰਾ ਕੁਝ। ਇਸ ਕਰਕੇ ਅਦਬ ਜਿਹੜਾ ਹੈ ਇਹ ਡਰ ਤੋਂ ਬਹੁਤ ਅੱਗੇ ਹੈ। ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਆਪਣੇ ਘਰ ਵਿੱਚ ਅਦਬ ਪੈਦਾ ਕਰਦੇ ਨੇ, ਡਰ ਪੈਦਾ ਨਹੀਂ ਕਰਦੇ, ਸਨਸਨੀ ਪੈਦਾ ਨਹੀਂ ਕਰਦੇ, ਖੌਫ ਪੈਦਾ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਨੇ ਜਾ ਕੇ ਕਾਰੂ ਬਾਦਸ਼ਾਹ ਨੂੰ ਡਰ ਨਹੀਂ ਦਿੱਤਾ, ਉਹਨੂੰ ਸੁਚੇਤ ਕੀਤਾ। ਅਖੀਰ ਉਹਨੂੰ ਸਮਝ ਆ ਗਈ ਕਿ ਅਗਲਾ ਸਮਾਂ ਤੇ ਮੇਰਾ ਬਹੁਤ ਮਾੜਾ ਹੈ। ਉਹੀ ਜਿਹੜਾ ਪੱਥਰ ਦਿਲ ਸੀ ਕਿ ਕਬਰਾਂ 'ਚੋਂ ਵੀ ਰੁਪਈਏ ਕੱਢਦਾ ਸੀ, ਕਬਰਾਂ 'ਚੋਂ ਮੁਰਦੇ ਪੁੱਟਦਾ ਸੀ, ਉਹਨਾਂ ਦੇ ਮੂੰਹ 'ਚੋਂ ਰੁਪਈਏ ਕੱਢ ਲੈਂਦਾ ਸੀ, ਚੁੱਕ ਲੈਂਦਾ ਸੀ, ਹੁਣ ਮੋਮ ਦਿਲ ਹੋ ਗਿਆ। ਹਾਂਜੀ। ਕਿਆ ਹੋਵੈ ਗੋ ਤਬ ਮੁਝ ਹਾਲਾ, ਗਹਿ ਜਬ ਬਾਂਧੇਗੇ ਜਿਹ ਕਾਲਾ। ਕਹਿਣ ਲੱਗਾ ਜੀ ਜਦੋਂ ਮੈਨੂੰ ਜਮਦੂਤ ਬੰਨ ਕੇ ਲੈ ਜਾਣਗੇ, ਅੱਗੇ ਲਾ ਕੇ ਲੈ ਜਾਣਗੇ, ਖਜ਼ਾਨਾ ਮੇਰਾ ਇੱਥੇ ਰਹਿ ਜਾਏਗਾ, ਉੱਥੇ ਮੇਰਾ ਕੀ ਹਵਾਲ ਹੋਏਗਾ, ਉੱਥੇ ਜਾ ਕੇ ਮੇਰੀ ਕੀ ਅਵਸਥਾ ਬਣੇਗੀ, ਕਿਸ ਤਰ੍ਹਾਂ ਦਾ ਮੇਰੇ ਨਾਲ ਉੱਥੇ ਵਰਤਾਓ ਹੋਏਗਾ। ਹਾਂਜੀ। ਸਭ ਪਰ ਜ਼ੁਲਮੀ ਕੀਨ ਬਿਸਾਲਾ, ਭਲਿਆਈ ਤੇ ਰਹਿਓ ਨਿਰਾਲਾ। ਅਸਲ ਵਿੱਚ ਇਹਨੇ ਪੂਰੀ ਜ਼ਿੰਦਗੀ ਜ਼ੁਲਮ ਹੀ ਕੀਤਾ ਹੈ, ਭਲਾਈ ਤਾਂ ਇਹਦੇ ਨੇੜੇ ਵੀ ਨਹੀਂ ਆਈ। ਦੇਖੋ ਮੈਂ ਰੋਜ਼ ਬੇਨਤੀ ਕਰਦਾ, ਇੱਕ ਬੰਦਾ ਦੋ ਕੰਮ ਨਹੀਂ ਕਰ ਸਕਦਾ। ਕਈ ਵਾਰ ਤੁਹਾਨੂੰ ਲੱਗੇਗਾ ਕਿ ਇੱਕ ਬੰਦਾ ਜੀ ਚੰਗੇ ਕੰਮ ਵੀ ਕਰਦਾ ਜੀ, ਮਾੜੇ ਵੀ ਕਰਦਾ ਜੀ, ਨਹੀਂ, ਉਹਦੇ ਮਾੜੇ ਕੰਮ ਵੀ ਜਿਹੜੇ ਹੁੰਦੇ ਨੇ ਉਹ ਵੀ ਢੌਂਗ ਹੁੰਦਾ ਹੈ, ਉਹ ਵੀ ਉਹਦੇ ਵੱਡੇ ਵੱਡੇ ਟਕਵੰਜ ਹੁੰਦੇ ਨੇ, ਬਾਕੀ ਕੁਝ ਵੀ ਨਹੀਂ ਹੁੰਦਾ। ਜਿਹੜਾ ਮਾੜਾ ਆਦਮੀ ਹੁੰਦਾ ਹੈ ਉਹ ਪਾਪ ਹੀ ਕਰਦਾ ਹੈ, ਤੇ ਜਿਹੜੇ ਉਹ ਧਰਮ ਦੇ ਕੰਮ ਕਰਦਾ ਹੈ ਉਹ ਅਡੰਬਰ ਹੁੰਦੇ ਨੇ ਨਿਰੇ। ਇਸੇ ਕਰਕੇ ਜਿਹੜਾ ਧਰਮੀ ਆਦਮੀ ਉਹ ਚੰਗੇ ਕੰਮ ਕਰਦਾ ਹੈ, ਤੇ ਰਹੀ ਗੱਲ ਮਾੜੇ ਕੰਮਾਂ ਦੀ, ਮਾੜੇ ਕੰਮ ਉਹ ਕਰ ਹੀ ਨਹੀਂ ਸਕਦਾ, ਉਹ ਸਿਰਫ ਉਹਦੀ ਭੁੱਲ ਹੁੰਦੀ ਹੈ, ਕਿਤੇ ਅਚੇਤ ਕੋਈ ਉਹਦੇ ਕੋਲੋਂ ਭੁੱਲ ਹੋ ਜਾਂਦੀ ਹੈ। ਪਰ ਮੈਂਟਲੀ ਜਿਹਨੂੰ ਆਪਾਂ ਕਹਿੰਦੇ ਆ, ਦਿਮਾਗੀ ਤੌਰ ਤੇ ਉਹ ਕਦੇ ਵੀ ਗੁਨਾਹਾਂ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਹਾਂਜੀ। ਕਾਰੂ ਮਨ ਗੁਣ ਬਹੁਰ ਬਗੋਇਓ, ਮੈਂ ਗਾਫਲ ਹੋਇਓ ਨਿਤ ਸੋਇਓ। ਹੁਣ ਕਾਰੂ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗਾ ਬਾਬਾ, ਬਗੋਇਓ ਤੋਂ ਅਰਥ ਹੁੰਦਾ ਕਹਿਣਾ। ਕਹਿਣ ਲੱਗਾ ਬਾਬਾ ਮੇਰੀ ਬੇਨਤੀ ਸੁਣ, ਮੈਂ ਗਾਫਲ ਹੋਇਓ ਨਿਤ ਸੋਇਓ। ਕਹਿੰਦਾ ਮੈਂ ਤੇ ਗਾਫਲ ਹੋ ਗਿਆ ਸੀ, ਮੂਰਖ ਹੋ ਗਿਆ ਸੀ, ਗਫਲਤ ਵਿੱਚ ਸੁੱਤਾ ਹੋਇਆ ਸੀ। ਜਿਨ੍ਹਾਂ ਲੋਕਾਂ ਨੇ ਸਮਝ ਲਿਆ ਨਾ ਵੀ ਆਪਾਂ ਇੱਥੇ ਹੀ ਰਹਿਣਾ ਹੈ, ਆਪਾਂ ਹੀ ਆ, ਉਹ ਇਹ ਸਾਰੇ ਕਰਮ ਉਹ ਕਰਦੇ ਨੇ। ਤੇ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ। ਜਿਹੜੇ ਗਵਾਲੇ ਆਉਂਦੇ ਨੇ, ਸ਼ਾਇਦ ਕਦੇ ਤੁਸੀਂ ਵੇਖਿਆ ਹੋਵੇ ਕਿ ਸਾਲ ਵਿੱਚ ਇੱਕ ਦੋ ਵਾਰੀ ਐਸਾ ਵੀ ਵਕਤ ਆਉਂਦਾ ਕਿ ਤੁਹਾਨੂੰ ਸੜਕਾਂ ਦੇ ਉੱਤੇ ਗਾਵਾਂ ਵਾਲੇ, ਭੇਡਾਂ ਵਾਲੇ, ਬੱਕਰੀਆਂ ਵਾਲੇ, ਇਹ ਜਿਹੜੇ ਮਵਾਸੀ ਨੇ, ਜਾਨਵਰ ਨੇ, ਇਹਨਾਂ ਦੀ ਪਾਲਣਾ ਕਰਨ ਵਾਲੇ ਵੱਡੇ ਵੱਡੇ ਵੱਗ ਲੈ ਕੇ ਤੁਰੇ ਆਉਂਦੇ ਲੋਕ ਮਿਲਣਗੇ। ਕਈ ਵਾਰੀ ਟ੍ਰੈਫਿਕ ਵੀ ਜਾਮ ਹੋ ਜਾਂਦਾ, ਤੁਸੀਂ ਕਦੇ ਉਹਨਾਂ ਨੂੰ ਰੋਕ ਕੇ ਪੁੱਛੋ ਕਿੱਥੇ ਚੱਲੇ ਹੋ, ਤਾਂ ਉਹ ਕਹਿਣਗੇ ਜੀ ਸਾਡੇ ਦੇਸ਼ ਵਿੱਚ ਚਰਾਂਦ ਨਹੀਂ ਹੈ, ਇਹਨਾਂ ਵਾਸਤੇ ਹਰਾ ਚਾਰਾ ਨਹੀਂ ਹੈ, ਕਿਸੇ ਐਸੇ ਦੇਸ਼ ਜਾਵਾਂਗੇ ਜਿੱਥੇ ਘਾਸ ਹੋਏਗਾ, ਪੱਠੇ ਹੋਣਗੇ,
ਹਰਿਆਵਲ ਹੋਏਗੀ, ਇਹਨਾਂ ਜਾਨਵਰਾਂ ਦੀ ਉਪਜੀਵਕਾ ਮਿਲ ਜਾਏਗੀ। ਤੇ ਫਿਰ ਪੁੱਛੋ ਵੀ ਉੱਥੇ ਹੀ ਰਵੋਗੇ ਹੁਣ? ਉਹ ਕਹਿਣਗੇ ਨਹੀਂ, ਜਦੋਂ ਸਾਡੇ ਆਪਣੇ ਦੇਸ਼ ਮੀਂਹ ਪੈ ਜਾਏਗਾ ਫਿਰ ਅਸੀਂ ਵਾਪਸ ਆ ਜਾਵਾਂਗੇ। ਫਿਰ ਉਹ ਵਾਪਸ ਚਲੇ ਜਾਂਦੇ ਨੇ ਆਪਣੇ ਦੇਸ਼। ਤੇ ਉਹ ਜਿਹੜੇ ਇਸ ਤਰ੍ਹਾਂ ਜਾਨਵਰ ਲੈ ਕੇ ਦੂਜੇ ਦੇਸ਼ ਜਾਂਦੇ ਨੇ, ਤੁਸੀਂ ਕਦੇ ਵੇਖੋ ਉਹਨਾਂ ਕੋਲ ਬਹੁਤਾ ਸਮਾਨ ਨਹੀਂ ਹੁੰਦਾ। ਉਹ ਛੋਟੀ ਜਿਹੀ ਝੁੱਗੀ ਪਾ ਕੇ ਆਪਣਾ ਮਹੀਨਾ 2 ਮਹੀਨੇ 4 ਮਹੀਨੇ ਕੱਟ ਲੈਂਦੇ ਨੇ, ਮੁੜ ਕੇ ਫਿਰ ਵਾਪਸ। ਕਿਉਂਕਿ ਉਹਨਾਂ ਨੂੰ ਪਤਾ ਹੈ ਮੁਹਲਤ ਪੁੰਨੀ ਚੱਲਣਾ, ਜਦੋਂ ਸਮਾਂ ਪੂਰਾ ਹੋ ਗਿਆ ਤੇ ਜਾਣਾ ਪਵੇਗਾ। ਤੇ ਜਦੋਂ ਜਾਣਾ ਹੈ ਤੇ ਤੂੰ ਸੰਭਲ, ਘਰ ਬਾਹਰ ਚੁੱਕ ਬਈ, ਆਪਣੇ ਭਾਂਡੇ ਟਿੰਡੇ ਚੁੱਕ। ਹਾਂਜੀ। ਨਹਿ ਜਾਣਤ ਥੂ ਕਹਾਂ ਖੁਦਾਏ, ਤੁਮ ਮਸਾਲ ਸੁਨ ਪੈ ਮੋਹਿ ਆਏ। ਕਹਿਣ ਲੱਗਾ ਜੀ ਮੈਂ ਤੇ ਸੋਚਦਾ ਸੀ ਖੁਦਾ ਹੈ ਹੀ ਨਹੀਂ। ਕੌਣ ਖੁਦਾ ਹੈ? ਕਿੱਥੇ ਖੁਦਾ ਹੈ? ਕਿਹੜਾ ਖੁਦਾ ਹੈ? ਪਰ ਤੁਹਾਡੀਆਂ ਮਿਸਾਲਾਂ ਸੁਣੀਆਂ ਤੇ ਮੈਂ ਤੇ ਡਰ ਗਿਆ। ਤੁਸੀਂ ਬਿਲਕੁਲ ਸੱਚ ਕਿਹਾ ਕਿ ਭਾਈ ਮਾਇਆ ਇੱਥੇ ਰਹਿ ਜਾਣੀ ਹੈ। ਜਦੋਂ ਮੈਂ ਮਰਾਂਗਾ ਤੇ ਮੈਨੂੰ ਇਹ ਮੇਰੀ ਪ੍ਰਜਾ ਦੇ ਲੋਕ ਦਫਨਾਉਣਗੇ, ਮਗਰੋਂ ਇਹ ਖਜ਼ਾਨਾ ਮੇਰਾ ਪਹਿਲਾਂ ਲੁੱਟਣਗੇ। ਇਹ ਬਹੁਤਾਤ ਵਿੱਚ ਵਰਤਦਾ ਜੇ, ਆਮ ਘਰ ਵਿੱਚ ਵੀ ਵਰਤਦਾ ਜੇ ਕਿ ਜਦੋਂ ਕੋਈ ਬੰਦਾ ਮਰ ਜਾਏ ਨਾ ਤੇ ਲੋਕਾਂ ਨੂੰ ਦੱਸਣ ਤੋਂ ਪਹਿਲਾਂ ਕਿ ਬੰਦਾ ਮਰ ਗਿਆ ਹੈ, ਉਹਦੀ ਕੋਈ ਘੜੀ ਲਾ ਲੈਂਦਾ, ਕੋਈ ਕੜਾ ਲਾ ਲੈਂਦਾ, ਕੋਈ ਮੁੰਦਰੀਆਂ ਲਾ ਲੈਂਦਾ। ਉਹ ਸੋਚਦੇ ਨੇ ਵੀ ਜਦੋਂ ਬਰਾਦਰੀ ਇਕੱਠੀ ਹੋ ਗਈ ਤੇ ਫਿਰ ਕਿਵੇਂ ਲਾਵਾਂਗੇ। ਕਿਉਂਕਿ ਬਰਾਦਰੀ ਦੇ ਸਾਹਮਣੇ ਤੇ ਉਹਨਾਂ ਨੇ ਜੀ ਆ ਜੀ ਬਿਸਤਰਾ ਵੀ ਦੇ ਦਿਓ ਜੀ, ਮੰਜਾ ਮੈਂ ਵੀ ਦੇ ਦਿਓ ਜੀ, ਪੁੱਛੋ ਵੀ ਜਿਹੜੀ ਮੁੰਦਰੀ ਲਾਈ ਉਹ ਵੀ ਦੇ ਦਿਓ ਜੀ। ਮੇਰੇ ਇੱਕ ਬਜ਼ੁਰਗ ਮਾਤਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਪੁੱਤ ਬੰਦੇ ਦੀ ਹਾਲਤ ਇਹ ਹੈ ਕਿ ਜੇ ਦੁੱਧ ਨੂੰ ਮੂੰਹ ਬਿੱਲੀ ਲਾ ਦੇਵੇ ਤੇ ਕਹਿੰਦੇ ਡੋਲ ਦਿਓ। ਬਿੱਲੀ ਦਾ ਜੂਠਾ ਨਹੀਂ ਖਾਣਾ ਚਾਹੀਦਾ, ਹਜੀਰਾਂ ਹੋ ਜਾਂਦੀਆਂ ਨੇ। ਪਰ ਜੇ ਕਹਿੰਦੇ ਬਿੱਲੀ ਦੁੱਧ ਘਿਓ ਨੂੰ ਮੂੰਹ ਲਾ ਦੇਵੇ ਤੇ ਫਿਰ ਮਾਈਆਂ ਕਹਿੰਦੀਆਂ ਹੁੰਦੀਆਂ ਕੋਈ ਨਹੀਂ ਪੁੱਤ ਇਹਨੂੰ ਗਰਮ ਕਰ ਲਓ, ਕੁਛ ਨਹੀਂ ਹੁੰਦਾ। ਲੋਕਾਂ ਦੀ ਇਦਾਂ ਦੀ ਹਾਲਤ ਹੈ ਕਿ ਬਿੱਲੀ ਘਿਓ ਨੂੰ ਮੂੰਹ ਲਾਵੇ ਤੇ ਗਰਮ ਕਰਕੇ ਫਿਰ ਵਰਤ ਲਓ, ਕਿਉਂਕਿ ਮਹਿੰਗਾ ਜੂ ਹੈ। ਤੇ ਦੁੱਧ ਨੂੰ ਮੂੰਹ ਲਾ ਦੇਵੇ ਤੇ ਡੋਲ ਦਿਓ, ਸਸਤਾ ਜੂ ਹੈ। ਬੰਦਾ ਜਦੋਂ ਮਰਦਾ ਹੈ ਤੇ ਅਮੂਮਨ ਅਸੀਂ ਡਰਾਮਾ ਕਰਦੇ ਹਾਂ, ਉਹ ਨਹੀਂ ਜੀ ਇਹਦੇ ਕੱਪੜੇ ਵੀ ਦੇ ਦਿਓ ਜੀ, ਇਹਦਾ ਵੀ ਦੇ ਦਿਓ ਜੀ। ਵੀ ਦੇਣ ਤੇ ਆਏ ਉਹਦੀ ਘੜੀ ਦਿਓ ਖਪਲਾ। ਤੁਹਾਨੂੰ ਮਹਿੰਗੀ ਚੀਜ਼ ਕੋਈ ਨਹੀਂ ਕਵੇਗਾ। ਸਾਡੇ ਕੋਲ ਵੀ ਆਉਂਦੇ ਨੇ ਲੋਕ, ਗਿਆਨੀ ਜੀ ਉਹ ਕੋਟ ਸੀਗਾ ਸਰਦਾਰ ਜੀ ਦਾ, ਵੀ ਕੋਟ ਦੇ ਨਾਲ ਜਿਹੜੀਆਂ ਬਾਕੀ ਚੀਜ਼ਾਂ ਮੈਚਿੰਗ ਪਾਉਂਦਾ ਸੀ ਉਹ ਕਿੱਥੇ ਨੇ? ਉਹ ਨਹੀਂ ਦੇਣੀਆਂ। ਉਹ ਜਿਹਦੀ ਫਿਟਿੰਗ ਨਹੀਂ ਘਰ 'ਚ ਹੈਗੀ ਉਹ ਸਮਾਨ ਬਾਬਾ ਜੀ ਨੂੰ ਦੇ ਦਿਓ ਚੁੱਕ ਕੇ। ਅਮੂਮਨ ਸਾਡੀ ਅਵਸਥਾ ਇਹ ਹੈ ਕਿ ਅਸੀਂ ਸਾਰਾ ਕੁਝ ਸੰਭਾਲ ਕੇ ਫਿਰ ਚੀਕ ਮਾਰਦੀ ਹੈ ਜਨਾਨੀ ਕਿ ਬੂ ਮੇਰਾ ਘਰ ਵਾਲਾ ਮਰ ਗਿਆ। ਪਹਿਲਾਂ ਨਹੀਂ ਮਾਰਦੀ, ਪਹਿਲਾਂ ਉਹ ਸਾਰਾ ਸਮਾਨ ਸੰਭਾਲਦੀ ਹੈ ਵੀ ਲੋਕਾਂ ਦੇ ਸਾਹਮਣੇ ਕਿਵੇਂ ਕੜਾ ਲਾਵਾਂਗੇ ਇਹਦਾ, ਕਿਵੇਂ ਘੜੀ ਲਾਵਾਂਗੇ, ਕਿਵੇਂ ਮੁੰਦਰੀ ਲਾਵਾਂਗੇ। ਤੇ ਜੇ 2-4 ਘੰਟੇ ਨਾ ਲਾਈ ਤੇ ਮੁੜ ਕੇ ਉਂਗਲੀਆਂ ਆਕੜ ਜਾਣੀਆਂ, ਫਿਰ ਲੈਣੀ ਕੋਈ ਨਹੀਂ, ਵੱਢ ਕੇ ਕਿਸੇ ਨੇ ਲਾਉਣ ਨਹੀਂ ਦੇਣੀ। ਇੱਥੇ ਜਿਹੜਾ ਥੋੜਾ ਬਹੁਤਾ ਧਰਮ ਕਰਮ ਹੈ, ਸਮਾਜ ਦੀ ਸ਼ਰਮ ਹੈ, ਨਹੀਂ ਤੇ ਬਿਲਕੁਲ ਹੀ ਹੈ ਨਹੀਂ। ਇਹ ਜੇ ਤੁਸੀਂ ਕਹੋ ਨਾ ਲੋਕ ਰੱਬ ਤੋਂ ਡਰ ਕੇ ਕਰਦੇ ਨੇ, ਨਾ ਨਾ ਰੱਬ ਤੋਂ ਨਹੀਂ ਕਰਦੇ। ਇਹੜਾ ਬੁੱਢੇ ਦਾ ਭੋਗ ਵੀ ਪਾਉਨੇ ਵੀ ਸਮਾਜ ਕਰਕੇ ਪਾਉਨੇ ਆ। ਅੱਜ ਤੁਸੀਂ ਵੇਖੋਗੇ ਅਮੂਮਨ ਅਸੀਂ ਇੱਥੇ ਖਲੋ ਗਏ ਆ ਕੇ ਕਿ ਨਹੀਂ ਜੀ ਭੋਗ ਤੇ ਕੋਈ ਨਾ ਆਵੇ। ਵੀ ਡਾਕਟਰ ਤੇ ਕਰੋਨੇ ਦੇ ਵਾਰਡ ਵਿੱਚ ਤੁਰੇ ਫਿਰਦੇ ਨੇ, ਭੋਗ ਤੇ ਕਿਉਂ ਨਹੀਂ ਬੰਦੇ ਇਕੱਠੇ ਹੋ ਸਕਦੇ? ਥੋੜੇ ਇਕੱਠੇ ਹੋ ਜਾਓ। ਉਹ ਕਹਿੰਦੇ ਨੇ 6 ਫੁੱਟ ਦੀ ਦੂਰੀ ਹੈ, 6 ਫੁੱਟ ਦੀ ਦੂਰੀ ਤੇ ਬਹਿ ਜਾਓ। ਠੀਕ ਹੈ 2000 ਬੰਦਾ 500 ਬੰਦਾ ਨਾ ਇਕੱਠਾ ਕਰੋ, ਪਰ 50-60 ਬੰਦੇ ਬਰਾਦਰੀ ਦੇ ਉਹ ਤਾਂ ਇਕੱਠੇ ਹੋ ਕੇ ਭੋਗ ਪਾ ਸਕਦੇ ਨੇ ਨਾ। ਨਹੀਂ, ਹੁਣ ਲੋਕਾਂ ਨੂੰ ਰਾਹ ਲੱਭ ਗਿਆ ਵੀ ਕੰਮ ਹੀ ਸੌਖਾ ਹੋ ਗਿਆ, ਕਿਉਂਕਿ 50-60 ਆਉਣਗੇ ਤੇ ਫਿਰ ਉਹਨਾਂ ਨੂੰ ਕੋਈ ਚਾਹ ਪਾਣੀ, ਕੋਈ ਰੋਟੀ, ਕੋਈ ਹੋਰ ਵੀ ਉਹਦੇ ਨਾਲ ਖਰਚੇ ਹੁੰਦੇ ਨੇ ਨਾ।
ਮੈਂ ਇੱਕ ਸੰਸਕਾਰ ਵੇਖਿਆ, ਮੈਂ ਖੁਦ ਗਿਆ, ਹਾਲਾਂਕਿ ਜਿਹੜਾ ਉੱਥੇ ਚਾਰਜੀ ਸੀ ਉਹ ਕਲਪ ਗਿਆ। ਮੈਨੂੰ ਵੀ ਉਹਨਾਂ ਨੇ ਕਿਹਾ ਸੀ ਵੀ 5 ਮਿੰਟ ਆ ਕੇ ਅਰਦਾਸ ਕਰ ਦਿਓ, ਮੈਂ ਖੁਦ 45 ਮਿੰਟ 50 ਮਿੰਟ ਮੈਨੂੰ ਵੀ ਲੱਗ ਗਏ। ਉਹ ਕਿੱਟ ਜੀ ਪਾਈ ਸੀ, ਮੈਂ ਵੀ ਉਬਲ ਗਿਆ ਉਹ ਕੱਪੜਿਆਂ 'ਚ। ਪਰ ਮੈਂ ਵੇਖਿਆ ਵੀ ਉਹਨਾਂ ਬੱਚਿਆਂ ਨੇ ਬਰਾਬਰ ਆਪਣੇ ਫਾਦਰ ਦੇ ਸਰੀਰ ਦੇ ਉੱਤੇ ਬਕਾਇਦਾ ਉਹਦੀ ਮੂਵੀ ਬਣਾਈ, ਬਕਾਇਦਾ ਉਹ ਜਿਹੜੇ ਉਹ ਫੁੱਲ ਜੇ ਲਿਆ ਕੇ ਚੜਾਉਂਦੇ ਨੇ, ਉਹ ਰਿੰਗ ਜੇ ਬਣਾਏ ਹੁੰਦੇ ਨੇ, ਉਹ ਵੀ ਉਹਨਾਂ ਚੜਾਏ, ਬਕਾਇਦਾ ਫੁੱਲਾਂ ਦੀ ਵਰਖਾ ਵੀ ਕੀਤੀ। ਉਹਨਾਂ ਨੇ ਆਪਣੇ ਵੱਲੋਂ, ਜਿਵੇਂ ਆਮ ਹਾਲਾਤਾਂ ਦੇ ਵਿੱਚ ਕੋਈ ਬੰਦਾ ਸੰਸਾਰ ਤੋਂ ਜਾਂਦਾ ਹੈ ਤੇ ਇੱਕ ਮ੍ਰਿਤਕ ਦਾ ਸਨਮਾਨ ਕੀਤਾ ਜਾਂਦਾ, ਉਹਨਾਂ ਨੇ ਪੂਰਾ ਕੀਤਾ। ਉਹ ਚਾਰਜੀ ਵੀ ਭੱਜ ਗਿਆ। ਫਿਰ ਉਹਨੂੰ ਮੈਂ ਜਾ ਕੇ ਲੈ ਕੇ, ਮੈਂ ਕਿਹਾ ਯਾਰ ਤੈਨੂੰ ਗੱਲ ਸਮਝ ਆਉਣੀ ਚਾਹੀਦੀ ਹੈ ਵੀ ਉਹਨਾਂ ਦਾ ਬਾਪ ਚਲਾ ਗਿਆ ਦੁਨੀਆ ਤੋਂ ਤੇ ਤੂੰ ਗੁੱਸਾ ਕਰੀ ਜਾਂਦਾ। ਨਹੀਂ ਤੇ ਆਮ ਕਰਕੇ ਅਸੀਂ ਇੰਨੇ ਖੁਦਗਰਜ ਆ, ਤੁਸੀਂ ਸੋਚ ਵੀ ਨਹੀਂ ਸਕਦੇ। ਇੰਨਾ ਖੁਦਗਰਜ ਪੰਛੀ ਨਹੀਂ ਧਰਤੀ ਤੇ ਵੇਖਿਆ ਹੋਏਗਾ, ਤੁਸੀਂ ਕੋਈ ਜਾਨਵਰ ਨਹੀਂ ਵੇਖਿਆ ਹੋਏਗਾ, ਕੋਈ ਕੀੜਾ ਮਖੌੜਾ ਨਹੀਂ ਵੇਖਿਆ ਹੋਏਗਾ ਜਿੰਨਾ ਬੰਦਾ ਖੁਦਗਰਜ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਬੰਦੇ ਤੁਹਾਨੂੰ ਵਰਤਦੇ ਨੇ, ਤੁਹਾਡੇ ਨਾਲ ਨਹੀਂ ਵਰਤਦੇ। अब इंश्योरेंस कंपनियां वाले ਤੁਹਾਨੂੰ ਫੋਨ ਕਰਦੇ ਨੇ ਨਾ, ਐ ਲੱਗਦੇ ਜਿਵੇਂ ਭੂਆ ਦੇ ਪੁੱਤਰ ਹੁੰਦੇ ਨੇ। ਮੈਨੂੰ ਇੱਕ ਦਿਨ ਕਿਸੇ ਨੇ ਕਿਹਾ, ਕਹਿੰਦਾ ਗਿਆਨੀ ਜੀ ਇਹਨਾਂ ਤੋਂ ਖਹਿੜਾ ਛਡਾਓ। ਮੈਂ ਕਿਹਾ ਕਿਵੇਂ? ਕਹਿੰਦਾ ਜਿਹੜਾ ਫੋਨ ਕਰ ਰਿਹਾ ਉਹਨੂੰ ਕਹਿਣਾ ਜੀ ਮੇਰੀ ਸ਼ੂਗਰ 300 ਤੋਂ ਉੱਪਰ ਰਹਿੰਦੀ ਹੈ। ਕਹਿੰਦਾ ਜੇ ਮੁੜ ਕੇ ਕਾਲ ਆ ਜਾਏ ਤੇ ਮੈਨੂੰ ਕਹਿ ਦਿਓ। ਉਹ ਫਿਰ ਕੀ ਕਰਦੇ ਨੇ, ਇਹਨਾਂ ਦਾ ਨਾ ਇੱਕ ਸੌਫਟਵੇਅਰ ਹੁੰਦਾ, ਉਹਦੇ 'ਚ ਪਾ ਦਿੰਦੇ ਨੇ। ਇਹ ਨਹੀਂ ਵੀ ਤੁਹਾਨੂੰ ਇੱਕ ਕਰਦਾ ਮੁੜ ਕੇ ਕੋਈ ਵੀ ਨਹੀਂ ਕਰੇਗਾ ਵੀ ਇਹ ਤਾਂ ਸ਼ੂਗਰ ਪੇਸ਼ੈਂਟ ਹੈ। ਜੇ ਇੰਨੀ ਇੰਸ਼ੋਰੈਂਸ ਦਾ ਤੁਹਾਨੂੰ ਚਾਅ ਚੜ੍ਹਿਆ ਤੇ ਸ਼ੂਗਰ ਵਾਲੇ ਵੀ ਪੇਸ਼ੈਂਟ ਲੈ ਲਓ ਨਾ। ਉਹਨਾਂ ਨੇ ਤੰਦਰੁਸਤ ਬੰਦੇ ਕਿਸ਼ਤਾਂ ਲੈਣੀਆਂ ਨੇ, ਦੇਣੀਆਂ ਨਹੀਂ ਉਹਨਾਂ ਨੇ। ਉਹਨਾਂ ਦੇਣਾ ਕੁਛ ਨਹੀਂ ਹੈ ਤੁਹਾਨੂੰ, ਉਹ ਲੈਣਾ ਜਾਣਦੇ ਨੇ, ਉਹ ਬਿਜ਼ਨਸ ਕਰ ਰਹੇ ਨੇ, ਉਹ ਧਰਮ ਨਹੀਂ ਕਰ ਰਹੇ। ਦੁਨੀਆ ਵੀ ਸਾਰੀ ਇੱਥੇ ਖਲੋਤੀ ਹੈ। ਲੋਕ ਤੁਹਾਡੇ ਨਾਲ ਤੁਹਾਨੂੰ ਵਰਤਦੇ ਨੇ, ਤੁਹਾਡੇ ਨਾਲ ਨਹੀਂ ਵਰਤਦੇ। ਇਹਦਾ ਅਰਥ ਕੀ ਹੈ? ਦੁਨੀਆ ਛੱਡ ਦੇਣੀ ਚਾਹੀਦੀ ਹੈ? ਨਹੀਂ, ਦੁਨੀਆ ਨੂੰ ਸਮਝਣ ਤੋਂ ਬਾਅਦ ਦੁਨੀਆ ਨਾਲ ਵਰਤਣਾ ਚਾਹੀਦਾ ਹੈ। ਬਸ ਫਿਰ ਜਿਹੋ ਜਿਹੀ ਦੁਨੀਆ ਉਹੋ ਜਿਹੇ ਤੁਸੀਂ ਹੋ ਜਾਓ। ਫਿਰ ਕੀ ਹੈ? ਫਿਰ ਹਰ ਬੰਦੇ ਦੀ ਸਟੱਡੀ ਕਰੋ ਕਿ ਕੌਣ ਤੁਹਾਡੇ ਨਾਲ ਵਰਤਦਾ ਹੈ ਤੇ ਕੌਣ ਤੁਹਾਨੂੰ ਵਰਤਦਾ ਹੈ। ਐਸਾ ਨਹੀਂ ਹੈ ਕਿ ਸਾਰਾ ਖੂਨ ਚਿੱਟਾ ਹੋ ਗਿਆ ਹੈ, ਸਭ ਧਰਮ ਧਰਤੀ ਤੋਂ ਖਤਮ ਹੋ ਗਿਆ ਹੈ, ਚੰਗੇ ਲੋਕ ਧਰਤੀ ਤੋਂ ਉੱਡ ਗਏ ਨੇ। ਨਹੀਂ, ਚੰਗੇ ਲੋਕ ਵੀ ਹੈਗੇ ਨੇ, ਐਸੇ ਲੋਕ ਵੀ ਹੈ ਜਿਹੜੇ ਤੁਹਾਡੇ ਨਾਲ ਹੀ ਵਰਤਦੇ ਨੇ, ਤੁਹਾਨੂੰ ਨਹੀਂ ਵਰਤਦੇ। ਉਹਨਾਂ ਨੇ ਕਦੇ ਤੁਹਾਨੂੰ ਆਪਣੀ ਤਕਲੀਫ, ਤੁਹਾਡੀ ਮਾਂ ਹੀ ਹੈ, ਕਦੇ ਉਹਨੇ ਭਾਵੇਂ ਜਿੰਨੀ ਮਰਜ਼ੀ ਰਾਤ ਨੂੰ ਦੁਖੀ ਹੋ ਜਾਏ, ਉੱਚੀ ਹਾਏ ਵੀ ਨਹੀਂ ਕਹੂਗੀ ਨਹੀਂ ਮੁੰਡਾ ਸੁੱਤਾ ਹੈ, ਸਵੇਰੇ ਦੱਸੂਗੀ, ਸਵੇਰੇ ਹਸਪੀਟਲ ਲੈ ਜਾਏਗਾ। ਕਿੱਥੇ ਰਾਤ ਤੁਰਿਆ ਫਿਰੇਗਾ? ਮੈਂ ਤਾਂ ਹਸਪੀਟਲ ਵਿੱਚ ਵੀ ਇੱਦਾਂ ਹੀ ਬੈਠੀ ਰਹਿਣਾ। ਇੱਦਾਂ ਦੇ ਵੀ ਹੈਗੇ ਨੇ, ਉਹ ਤੁਹਾਡੀ ਮਾਂ ਵਰਗੇ ਨੇ। ਤਕਲੀਫ ਵਿੱਚ ਸਾਰੀ ਰਾਤ ਕੱਢ ਲਈ ਕਿ ਮੁੰਡੇ ਨੇ ਸਵੇਰੇ ਕੰਮ ਤੇ ਵੀ ਜਾਣਾ। ਕਿੱਥੇ ਰਾਤ ਧੱਕੇ ਖਾਏਗਾ ਹਸਪੀਟਲ? ਸਵੇਰੇ ਉੱਠੇਗਾ, ਸਵੇਰੇ ਦੱਸਾਂਗੀ ਕਿ ਪੁੱਤ ਮੈਂ ਬੜੀ ਦੁਖੀ ਹਾਂ, ਮੈਨੂੰ ਹਸਪੀਟਲ ਲੈ ਜਾ। ਉਹਨੇ ਰਾਤ ਤੁਹਾਨੂੰ ਨਹੀਂ ਉਠਾਇਆ। ਐਸੇ ਲੋਕ ਵੀ ਹੈਗੇ ਨੇ। ਕਾਰੂ ਬਾਦਸ਼ਾਹ ਕਹਿਣ ਲੱਗਾ ਜੀ ਮੈਨੂੰ ਹੁਣ ਸਮਝ ਆਈ ਹੈ, ਮੈਂ ਤੇ ਗਾਫਲ ਸੀ, ਮੈਂ ਤੇ ਸੁੱਤਾ ਹੋਇਆ ਸੀ। ਨੈ ਜਾਣਤ ਥੋ ਕਹਾਂ ਖੁਦਾਏ, ਮੈਂ ਤੇ ਸੋਚਿਆ ਖੁਦਾ ਹੈ ਹੀ ਨਹੀਂ, ਤੇ ਮੈਨੂੰ ਹੁਣ ਪਤਾ ਲੱਗਿਆ ਤੁਹਾਡੇ ਕੋਲੋਂ। ਹਾਂਜੀ। ਮਿਹਰ ਆਪਣੀ ਮੋਹ ਪਰ ਕੀਜੈ, ਪੰਥ ਖੁਦਾਏ ਬਤਾਵਣ ਕੀਜੈ। ਕਹਿਣ ਲੱਗਾ ਜੀ ਹੁਣ ਮੇਰੇ ਤੇ ਮਿਹਰ ਕਰੋ ਤੇ ਮੈਨੂੰ ਖੁਦਾ ਦਾ ਰਸਤਾ ਦੱਸੋ। ਹੁਣ ਇੱਥੇ ਹੋ ਕੀ ਰਿਹਾ ਹੈ? ਬੰਦਾ ਖੁਦਾ ਨੂੰ ਨਹੀਂ ਮੰਨਦਾ ਤੇ ਮੈਂ ਉਹਨੂੰ ਰਸਤਾ ਦੱਸੀ ਜਾਣਾ। ਦੇਖੋ, ਜਿਸ ਬੰਦੇ ਨੇ ਫੌਰਨ ਜਾਣਾ ਹੈ ਨਾ, ਤੁਸੀਂ ਉਹਨੂੰ ਵੀਜ਼ੇ ਦਾ ਤਰੀਕਾ ਦੱਸਿਓ, ਉਹਨੂੰ ਫਲਾਈਟ ਦਾ ਤਰੀਕਾ ਦੱਸੋ, ਉਹਨੂੰ ਏਅਰਪੋਰਟ ਦੀ ਡਾਇਰੈਕਸ਼ਨ ਸਮਝਾਓ, ਉੱਥੋਂ ਦਾ ਕੀ ਕਰਨਾ ਹੈ ਜਾ ਕੇ। ਗੱਲ ਸਮਝ ਆਉਂਦੀ ਹੈ। ਉਹਨੇ ਵਿਦੇਸ਼ ਜਾਣਾ ਹੀ ਨਹੀਂ ਬੰਦੇ ਨੇ, ਤਾਂ ਮੈਂ ਉਹਨੂੰ ਕਹਿ ਰਿਹਾ ਵੀ ਟਿਕਟਾਂ ਬੜੀਆਂ ਸਸਤੀਆਂ ਹੋ ਗਈਆਂ ਨੇ ਜੀ। ਕੀ ਮੀਨਿੰਗ ਹੈ ਉਹਦਾ? ਬੰਦਾ ਰੱਬ ਨੂੰ ਹੀ ਨਹੀਂ ਮੰਨਦਾ ਤੇ ਮੈਂ ਉਹਨੂੰ ਰੱਬ ਦਾ ਰਾਹ ਦੱਸੀ ਜਾਂਦਾ।
ਇਸੇ ਕਰਕੇ ਜਿਹੜੇ ਗੁਰਦੁਆਰੇ ਲੋਕ ਆਉਂਦੇ ਨੇ ਉਹ ਇੱਥੇ ਬਹਿੰਦੇ ਕਿਉਂ ਨਹੀਂ? ਕਿਉਂਕਿ ਉਹਨਾਂ ਦਾ ਸਬਜੈਕਟ ਹੀ ਨਹੀਂ, ਵਿਸ਼ਾ ਹੀ ਨਹੀਂ ਹੈ। ਉਹਨਾਂ ਨੂੰ ਤਾਂ ਕਿਸੇ ਨੇ ਦੱਸ ਦਿੱਤਾ ਹੈ ਕਿ ਜੇ ਪੈਸੇ ਚਾਹੀਦੇ ਹੋਣ ਤੇ ਸੀਸਗੰਜ ਸਾਹਿਬ ਜਾਇਆ ਕਰੋ, ਦੁੱਖ ਰੋਗ ਹੋਵੇ ਤੇ ਬੰਗਲਾ ਸਾਹਿਬ ਜਾਇਆ ਕਰੋ, ਮਤਲਬ ਮੱਥਾ ਟੇਕੋ ਤੇ ਜਾਓ, ਤੁਹਾਡਾ ਕੰਮ ਹੋ ਗਿਆ। ਅਗਲੀ ਗੱਲ ਤੇ ਸੁਣੀ ਨਹੀਂ। ਅਗਲੀ ਗੱਲ ਇਹ ਹੈ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ। ਹੁਣ ਧਿਆਉਣ ਦੀ ਗੱਲ ਜਿਹੜੀ ਹੈ ਉਹ ਤਾਂ ਪੁੱਛਣੀ ਪੈ ਗਈ ਨਾ ਵੀ ਉਹਦਾ ਕੀ ਮੈਥਡ ਹੈ, ਉਹਦੀ ਕੀ ਥਿਊਰੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿਵੇਂ ਧਿਆਓਗੇ ਭਾਈ? ਪਰ ਸਾਨੂੰ ਅੱਧੀ ਪੰਕਤੀ ਚੰਗੀ ਲੱਗਦੀ, ਜਿਸ ਡਿਠੇ ਸਭ ਦੁੱਖ ਜਾਏ, ਜਿਹਦੇ ਦਰਸ਼ਨ ਕੀਤਿਆਂ ਦੁੱਖ ਚਲੇ ਜਾਂਦੇ ਨੇ। ਉਹਦੇ ਦਰਸ਼ਨ ਕੀਤਿਆਂ ਦੁੱਖ ਜਾਂਦੇ ਨੇ, ਪਰ ਗੁਰੂ ਨੇ ਇਹ ਨਹੀਂ ਕਿਹਾ। ਉਹਨੇ ਕਿਹਾ ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਤੇ ਧਿਆਉਣ ਲਈ ਤੇ ਤੁਹਾਨੂੰ ਬੈਠਣਾ ਪਏਗਾ, ਉਹਦਾ ਧਿਆਨ ਵੀ ਧਰਨਾ ਪਏਗਾ ਤੇ ਉਹਦਾ ਸਿਮਰਨ ਵੀ ਕਰਨਾ ਪਏਗਾ। ਹੁਣ ਕਾਰੂ ਕਹਿੰਦਾ ਜੀ ਮੈਨੂੰ ਰੱਬ ਦਾ ਰਾਹ ਦੱਸੋ। ਅਸੀਂ ਨਾਸਤਕ ਲੋਕਾਂ ਨੂੰ ਸਮਝਾਉਂਦੇ ਰਹਿੰਦੇ ਹਾਂ, ਨਾਸਤਕ ਬੰਦੇ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਹਾਂ, ਜਦੋਂ ਆਸਤਕ ਹੋ ਗਿਆ ਤੇ ਖੁਦ ਪੁੱਛੇਗਾ ਵੀ ਹੁਣ ਮੈਨੂੰ ਰੱਬ ਦੀ ਅਗਲੀ ਗੱਲ ਸਮਝਾਓ ਜੀ। ਹੁਣ ਵੇਖੋ ਨਾ, ਇੱਥੇ ਇੱਕ ਬੱਚਾ ਆਉਂਦਾ ਹੁਣ ਰੋਜ਼, ਪੂਰਾ ਦਮਾਲਾ ਸਜਾਇਆ ਹੁੰਦਾ ਉਹਨੇ, ਪੂਰਾ ਜਿੱਦਾਂ ਨਿਹੰਗ ਸਿੰਘ ਬਾਣਾ ਹੁੰਦਾ, ਖਾਲਸਾਈ ਸਰੂਪ। ਉਹ ਸੇਵਾ ਵੀ ਕਰਦਾ, ਇੱਥੇ ਵਲੰਟੀਅਰ ਦੀ ਸੇਵਾ ਵੀ ਕਰਦਾ। ਹੁਣ ਇੱਕ ਉਹ ਵੀ ਨੇ ਜਿਨ੍ਹਾਂ ਨੇ ਇੱਥੇ ਮਗਰ ਗੁੱਤ ਕਰ ਲਈ, ਕਿਸੇ ਨੇ ਮਗਰ ਜੂੜਾ ਕਰ ਲਿਆ। ਹੁਣ ਆਪਾਂ ਇਹ ਸੋਚੀਏ ਵੀ ਸੋਹਣੀਆਂ ਦਸਤਾਰਾਂ ਸਜਾਉਣਗੇ ਨਾ, ਇਹ ਜੂੜਾ ਇੱਥੋਂ ਖਿਸਕਿਆ, ਇੱਥੋਂ ਹੁਣ ਗਾਹ ਤੋਂ ਮੁੜ ਕੇ ਨੇ ਖਿਸਕੀ ਜਾਣਾ ਹੈ। ਤੁਸੀਂ ਕੀ ਸੋਚਦੇ ਵੀ ਇਹ ਬੈਕ ਮਾਰੇਗਾ? ਇਹ ਫਿਰ ਇੱਥੋਂ ਗਰਦਨ ਤੋਂ ਉੱਠ ਕੇ ਫਿਰ ਸਿਰ ਤੇ ਆਏਗਾ? ਨਹੀਂ। ਜਿਨ੍ਹਾਂ ਨੂੰ ਸਿਰ ਤੇ ਸ਼ੋਭਦਾ ਹੈ ਨਾ, ਉਹ ਦਸਤਾਰਾਂ ਸਜਾਉਂਦੇ ਨੇ। ਅੱਜ ਮੇਰੀ ਕੌਮ ਨੂੰ ਬਹੁਤ ਲੋੜ ਹੈ, ਇਹਨੂੰ ਊੜੇ ਤੇ ਜੂੜੇ ਨੂੰ ਸੰਭਾਲਣਾ ਪੈਣਾ ਹੈ, ਕੇਸਾਂ ਦਾ ਵੀ ਅਦਬ ਕਰਨਾ ਪੈਣਾ ਹੈ, ਤੇ ਉਸ ਲੈਂਗੁਏਜ ਦਾ, ਉਸ ਭਾਸ਼ਾ ਦਾ ਵੀ ਸਨਮਾਨ ਕਰਨਾ ਪੈਣਾ ਹੈ ਜਿਹਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖੇ ਹੋਏ ਨੇ। ਕਿਉਂਕਿ ਤੁਹਾਡਾ ਗੁਰੂ ਬਾਣੀ ਹੈ, ਕਿਵੇਂ ਬਾਣੀ ਪੜ੍ਹੋਗੇ ਜੇ ਤੁਹਾਨੂੰ ਗੁਰਮੁਖੀ ਨਹੀਂ ਆਏਗੀ ਤਾਂ? ਹਾਂਜੀ। ਤ੍ਰਿਸ਼ਨਾ ਦਰਬ ਨਦੀ ਵੱਡ ਧਾਰਾ, ਬਹਿਓ ਜਾਤ ਹਉ ਪਾਏ ਨ ਪਾਰਾ। ਕਹਿਣ ਲੱਗਾ ਜੀ ਤ੍ਰਿਸ਼ਨਾ ਦੀ ਨਦੀ ਵਿੱਚ, ਕਿਹੜੀ ਤ੍ਰਿਸ਼ਨਾ? ਦਰਬ ਦੀ ਤ੍ਰਿਸ਼ਨਾ। ਮੈਂ ਪੈਸੇ ਦੀ ਤ੍ਰਿਸ਼ਨਾ ਵਿੱਚ ਐਸਾ ਰੁੜਿਆ ਕਿ ਮੈਨੂੰ ਕੋਈ ਆਰਾ ਪਾਰ ਲੱਭਾ ਹੀ ਨਹੀਂ। ਆਰਾ ਪਾਰ ਦਾ ਮਤਲਬ ਕੀ? ਆਰੇ ਤੋਂ ਭਾਵ ਹੁੰਦਾ ਉਰਲਾ ਪਾਸਾ, ਪਾਰੇ ਤੋਂ ਭਾਵ ਹੈ ਪਰਲਾ ਪਾਸਾ। ਨਦੀ 'ਚ ਹੀ ਰੁੜਦਾ ਗਿਆ। ਕਾਰੂ ਬਾਦਸ਼ਾਹ ਨੇ ਧਨ ਇਕੱਠਾ ਕਰੀ ਗਿਆ। ਇਹ ਤੇ ਬੈਠ ਕੇ ਸੋਚਿਆ ਹੀ ਨਹੀਂ ਵੀ ਇਹਦਾ ਕਰਨਾ ਕੀ ਹੈ। ਕਦੇ ਆਪਾਂ ਬੈਠ ਕੇ ਸੋਚੇ ਵੀ ਹੁਣ ਮੇਰੇ ਕੋਲ ਇੰਨੇ ਪੈਸੇ ਨੇ, ਮੈਂ ਇਹਦਾ ਕੀ ਕਰਨਾ ਹੈ? ਵੇਖੋ, ਸਾਨੂੰ ਇੱਕ ਅੱਜ ਇੱਕ ਸਮਾਂ ਐਸਾ ਹੈ, ਤੁਸੀਂ ਵੇਖ ਸਕਦੇ ਹੋ ਵੀ ਆਮ ਆਦਮੀ ਦੀ ਉਮਰ ਕਿੰਨੀ ਹੈ। ਵੇਖੋ, ਚਲਾ ਤੇ ਬੰਦਾ 30 32 ਚ ਵੀ 20 22 ਚ ਵੀ ਚਲੇ ਜਾ ਸਕਦਾ ਹੈ, ਪਰ 60 65 ਤੋਂ ਬਾਅਦ ਤੇ ਅਮੂਮਨ ਅਸੀਂ ਸੋਚਦੇ ਹਾਂ ਨਾ ਬੰਦਾ ਚਲਾ ਜਾਂਦਾ ਹੈ। ਮੇਰਾ ਖਿਆਲ ਕਿ ਆਮ ਜਿਹੜੀ ਏਜ, ਜਿਹੜਾ ਇਸ ਵੇਲੇ ਸਮਾਂ ਹੈ, ਉਹ 70 75 ਆਮ ਹੈ। ਤੇ ਜੇ ਇਸ ਤੋਂ ਵੱਧ ਕਿਸੇ ਦਾ ਹੈਗਾ ਵੀ ਹੈ, ਤਾਂ ਇੱਕ ਮੇਰਾ ਦੋਸਤ ਕਹਿੰਦਾ ਹੁੰਦਾ ਹੈ, ਉਹ ਮੈਡੀਕਲ ਲਾਈਨ 'ਚ ਹੈ, ਕਹਿੰਦਾ ਇਦੋਂ ਵੱਧ ਉਮਰ ਤੇ ਗਿਆਨੀ ਜੀ ਸਾਡੀ ਹੈ, ਤੁਹਾਡੀ ਨਹੀਂ ਹੈ। ਵੀ ਸਾਲ 'ਚ 2-4 ਵਾਰੀ ਟੈਸਟ ਕਰਾਓਗੇ, 5-7 ਗੇੜੇ ਸਾਡੇ ਕੋਲ ਮਾਰੋਗੇ, ਤੇ ਤਾਂ ਅਗਲਾ ਸਾਲ ਚੜ੍ਹੇਗਾ, ਨਹੀਂ ਤੇ ਚੜ੍ਹਨਾ ਹੀ ਕੋਈ ਨਹੀਂ। ਬਹੁਤ ਖੁਸ਼ਕਿਸਮਤ ਇਨਸਾਨ ਹੋਣਗੇ ਕਿ ਜਿਹੜੇ ਇਸ ਉਮਰ ਤੋਂ ਬਾਅਦ ਵੀ ਬਿਲਕੁਲ ਫਿੱਟ ਫਾਰ ਹੋਣਗੇ, ਤੰਦਰੁਸਤ ਹੋਣਗੇ, ਕੋਈ ਬਿਮਾਰੀ ਨਹੀਂ ਹੋਏਗੀ ਉਹਨਾਂ ਨੂੰ। ਨਹੀਂ ਤੇ ਇਦੋਂ ਬਾਅਦ ਤੇ ਸਾਰਾ ਜਿਹੜਾ ਹੈ ਉਹ ਹਸਪੀਟਲ ਦੀ ਡਿਸਪੋਜ਼ਲ ਤੇ ਬੰਦਾ ਚਲਾ ਜਾਂਦਾ ਹੈ। ਵੀ ਕਿੰਨਾ ਕੁ ਚਿਰ ਡਾਕਟਰ ਉਹਨੂੰ ਅੱਗੇ ਖਿੱਚਦਾ, ਕਿੰਨਾ ਕੁ ਧੁੰਦਾ ਉਹਨੂੰ, ਕਿੰਨਾ ਕੁ ਜਾਂਦਾ ਹੈ ਬੰਦਾ ਗਾਂ ਨੂੰ। ਤੇ ਜੇ ਆਪਾਂ ਮੰਨ ਲਈਏ ਕਿ ਐਵਰੇਜ ਉਮਰ 70 ਸਾਲ ਹੈ, ਤੇ ਭਾਈ ਹੋ ਕਿੰਨੀ ਗਈ ਹੈ?
ਹੁਣ ਕਹਿੰਦੇ ਜਿਵੇਂ ਮੈਂ ਆ, ਮੇਰੀ ਉਮਰ ਅੱਜ 57 ਹੈ, ਲੈ ਦੇ ਕੇ ਮੇਰੇ ਕੋਲੇ 13 ਸਾਲ ਬਚੇ ਨੇ, ਤੇ ਜੇ ਮੈਂ ਅਜੇ ਵੀ ਸੋਚੀ ਜਾਵਾਂ ਵੀ ਆਹ ਕਰਨਾ ਜੀ, ਉਹ ਕਰਨਾ ਜੀ, ਉਸ ਤੋਂ ਅੱਗੇ ਗ੍ਰੇਸ ਹੈ ਰੱਬ ਦੀ। ਉਹ 5 ਦੇ ਦੇਵੇ, 2 ਦੇ ਦੇਵੇ, 1 ਦੇ ਦੇਵੇ, ਲੈ ਜਾਵੇ ਤੇ ਭਾਵੇਂ ਕੱਲ ਲੈ ਜਾਵੇ। ਇਹ ਤਾਂ ਮੈਂ ਲੋਕਾਂ ਦੀ ਉਮਰ ਦਾ ਹਿਸਾਬ ਲਾ ਕੇ ਆਪਣੀ ਗਿਣੀ ਜਾਣਾ ਨਾ ਵੀ ਮੇਰੀ 70 ਹੋ ਸਕਦੀ ਹੈ, ਤੇ ਰੱਬ ਨੂੰ ਕੀ ਪਤਾ ਵੀ ਹੋ ਸਕਦਾ ਹੈ ਕਥਾ ਤੋਂ ਉੱਠੇ ਤੇ ਬੰਦਾ ਮਰ ਜੇ, ਕੋਈ ਪਤਾ ਲੱਗਦਾ। ਇੱਥੇ ਕੀਰਤਨ ਕਰਦੇ ਰਾਗੀ ਸਿੰਘ ਚਲੇ ਗਏ, ਹੁਕਮਨਾਮਾ ਲੈਂਦੇ ਗ੍ਰੰਥੀ ਸਿੰਘ ਚਲੇ ਗਏ, ਅਰਦਾਸ ਕਰਦੇ ਭਾਈ ਸਾਹਿਬ ਚਲੇ ਗਏ, ਇੱਥੇ ਕੀ ਪਤਾ ਹੈ। ਪਰ ਜੇ ਆਪਾਂ ਮੰਨ ਵੀ ਲਈਏ, ਐਵਰੇਜ ਏਜ ਵੀ ਲੈ ਕੇ ਜਾਈਏ ਤੇ 70 ਹੈ। ਹੁਣ ਉਸ ਤੋਂ ਅੱਗੇ ਚਲੋ ਰੱਬ ਦੇ ਵੀ ਦਵੇ, ਹੋ ਸਕਦਾ ਕਿਸੇ ਦੀ 100 ਸਾਲ ਵੀ ਹੋਵੇ, ਰੱਬ ਕਰੇ ਇਸ ਤੋਂ ਵੀ ਲੰਬੀ ਉਮਰ ਹੋਵੇ ਭਾਈ। ਪਰ ਕੀ ਉਸ ਵੇਲੇ ਤੁਸੀਂ ਚੱਲਣ ਫਿਰਨ ਦੇ, ਖਾਣ ਵਰਤਨ ਦੇ ਯੋਗ ਹੋਵੋਗੇ? ਮਰਜ਼ੀ ਦਾ ਕੱਪੜਾ ਪਾ ਸਕੋਗੇ? ਮਰਜ਼ੀ ਦਾ ਖਾਣਾ ਖਾ ਸਕੋਗੇ? ਕਈ ਤਾਂ ਮੈਂ ਵੇਖਿਆ 40-45 ਸਾਲ 'ਚ ਹੀ ਕੰਮ ਹੋ ਗਿਆ, ਉਹ ਮਿੱਠਾ ਖਾ ਹੀ ਨਹੀਂ ਸਕਦੇ। ਉਹ ਜੀ ਆਹ ਵੀ ਡਾਕਟਰ ਨੇ ਬੰਦ ਕੀਤਾ ਜੀ, ਆਹ ਵੀ ਡਾਕਟਰ ਨੇ ਬੰਦ ਕੀਤਾ ਜੀ, ਆਹ ਵੀ ਡਾਕਟਰ ਨੇ ਬੰਦ ਕੀਤਾ ਜੀ, ਤੇ ਬਾਕੀ ਬਚਿਆ ਕੀ ਹੈ? ਤੋ ਇਸ ਕਥਾ ਨੂੰ ਜਦੋਂ ਅਸੀਂ ਸੁਣਦੇ ਹਾਂ, ਕਾਰੂ ਕਹਿੰਦਾ ਹੈ ਕਿ ਮੈਂ ਐਸੀ ਤ੍ਰਿਸ਼ਨਾ ਦੀ ਨਦੀ ਵਿੱਚ ਰੁੜਿਆ, ਕਹਿੰਦਾ ਜੀ ਮੈਨੂੰ ਕੋਈ ਆਰਾ ਪਾਰ ਹੀ ਨਹੀਂ ਪਤਾ ਲੱਗਾ, ਸਮਝ ਹੀ ਨਹੀਂ ਆਈ ਵੀ ਖਲੋਣਾ ਕਿੱਥੇ ਜਾ ਕੇ ਹੈ। ਐਸਾ ਰੁੜਿਆ ਕਿ ਕਬਰਾਂ ਚੋਂ ਮੁਰਦੇ ਕੱਢ ਲੈ ਤੇ ਉਹਨਾਂ ਦੇ ਮੂੰਹ ਚੋਂ ਵੀ ਰੁਪਈਏ ਚੁੱਕ ਲੈ। ਹਾਂਜੀ, ਤੁਮ ਕੇਵਟ ਮਮ ਕਰ ਕਹਿ ਦਾਇਆ, ਗਹੁ ਹਾਥ ਦੇ ਪਾਰ ਲੰਘਾਇਆ। ਕਹਿਣ ਲੱਗਾ ਜੀ ਮੇਰੇ ਮਲਾਹ ਬਣੋ, ਮੇਰੀ ਬਾਹ ਫੜੋ, ਹੁਣ ਮੈਨੂੰ ਇਸ ਭਵ ਸਾਗਰ ਤੋਂ ਪਾਰ ਲਾਓ, ਮੈਨੂੰ ਅਗਲੀ ਗੱਲ ਦੱਸੋ ਕਿ ਰੱਬ ਦੇ ਘਰ ਦਾ ਰਾਹ ਕਿਹੜਾ ਹੈ। ਮੈਂ ਫਿਰ ਬੇਨਤੀ ਕਰਾਂ, ਬੰਦਾ ਸਫ਼ਰ ਕਰਨਾ ਨਹੀਂ ਚਾਹੁੰਦਾ ਤੇ ਮੈਂ ਉਹਨੂੰ ਸੜਕਾਂ ਦੀਆਂ ਡਰਾਈਆਂ ਸਮਝਾ ਰਿਹਾ, ਉਹਦਾ ਕੀ ਫਾਇਦਾ ਹੈ? ਬੰਦੇ ਰੱਬ ਨੂੰ ਨਹੀਂ ਮੰਨਦੇ, ਆਪਾਂ ਰੋਜ਼ ਰੱਬ ਦੀਆਂ ਗੱਲਾਂ ਕਰਦੇ ਆ, ਉਹਨਾਂ ਲੋਕਾਂ ਲਈ ਬੇਮਾਇਨਾ ਹੈ। ਪਰ ਅੱਜ ਹਜ਼ਾਰਾਂ ਲੱਖਾਂ ਲੋਕ ਉਹ ਵੀ ਨੇ ਜਿਨ੍ਹਾਂ ਨੂੰ ਐਸੀ ਪ੍ਰੇਰਣਾ, ਐਸੀ ਚੇਸ਼ਟਾ ਮਿਲੀ ਹੈ ਕਿ ਜੀਵਨ ਬਦਲ ਗਿਆ। ਅੱਗੋਂ ਉਹਨਾਂ ਨੇ ਆਪਣੇ ਬੱਚੇ ਸਿੱਖ ਬਣਾਉਣੇ ਸ਼ੁਰੂ ਕੀਤੇ ਹੋਏ ਨੇ, ਉਹਨਾਂ ਨੇ ਆਪਣੇ ਘਰ ਦੇ ਵਿੱਚੋਂ ਵਹਿਮ ਭਰਮ ਕਰਮ ਕਾਂਡ ਸਭ ਕੱਢ ਦਿੱਤੇ ਨੇ, ਕਿਉਂਕਿ ਰੱਬ ਜਦੋਂ ਰੱਬ ਨੂੰ ਮੰਨਾਂਗੇ ਤੇ ਰੱਬ ਦਾ ਰਸਤਾ ਜ਼ਰੂਰ ਪੁੱਛਾਂਗੇ। ਜਦੋਂ ਰੱਬ ਦਾ ਰਸਤਾ ਪੁੱਛਾਂਗੇ ਤੇ ਫਿਰ ਇਹ ਸਾਰੀਆਂ ਕਥਾ ਕਹਾਣੀਆਂ ਜੀਵਨ ਦੇ ਵਿੱਚ ਪ੍ਰਸੰਗਕ ਹੋ ਜਾਣਗੀਆਂ। ਹਾਂਜੀ, ਮੋਹ ਕੁਟੰਬ ਕੂਪ ਅੰਧੇਰਾ, ਪਰਿਉ ਰਹਿਓ ਕਾਢੋ ਮੈਂ ਚੇਰਾ। ਇਸ ਪਰਿਵਾਰ ਦੇ ਮੋਹ ਦੇ ਅੰਨੇ ਖੂਹ ਵਿੱਚ ਕਹਿਣ ਲੱਗਾ ਜੀ ਮੈਂ ਡਿੱਗਿਆ ਪਿਆ ਰਿਹਾ, ਕਿਰਪਾ ਕਰੋ ਤੇ ਮੈਨੂੰ ਬਾਹਰ ਕੱਢੋ। ਹਾਂਜੀ, ਤੇਹ ਬੇਨਤੀ ਸੁਣ ਕੈ ਗੁਣ ਖਾਨੀ, ਕਿਰਪਾ ਧਾਰ ਬੋਲੇ ਸ਼ੁਭ ਬਾਨੀ। ਉਹਦੀ ਬੇਨਤੀ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਇਹ ਬਚਨ ਆਪਣੇ ਮੁਖ ਤੋਂ ਉਚਾਰੇ ਨੇ। ਹਾਂਜੀ, ਜਬ ਲਹੁ ਹਿਰਦੇ ਨ ਚਿਤਵੈ ਆਵੈ, ਜਬ ਲਹੁ ਹਿਰਦੇ ਨ ਨਿਸਚੈ ਆਵਾ, ਗੱਲੀ ਤਬ ਲਉ ਜਾਏ ਨ ਪਾਵਾ। ਸਤਿਗੁਰੂ ਕਹਿਣ ਲੱਗੇ ਕਾਰੂ, ਪਹਿਲਾ ਉਪਦੇਸ਼ ਕਿ ਤੇਰੇ ਅੰਦਰ ਰੱਬ ਦਾ ਨਿਸ਼ਚਾ ਹੈ, ਰੱਬ ਦਾ ਭਰੋਸਾ ਹੈ, ਰੱਬ ਦਾ ਵਿਸ਼ਵਾਸ ਹੈ। ਜਿੰਨਾ ਚਿਰ ਵਿਸ਼ਵਾਸ ਨਹੀਂ, ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਏਗਾ। ਸਭ ਤੋਂ ਪਹਿਲੀ ਗੱਲ ਕੀ? ਰੱਬ ਦਾ ਵਿਸ਼ਵਾਸ, ਰੱਬ ਦਾ ਭਰੋਸਾ, ਰੱਬ ਦਾ ਫੇਥ ਕਿ ਸਾਡੇ ਅੰਦਰ ਹੈ ਕਿ ਰੱਬ ਹੈ ਕੋਈ। ਭਾਈ ਵੇਖੋ, ਰੱਬ ਨੂੰ ਮੰਨਾਂਗੇ ਤੇ ਬਾਕੀ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਕੋਈ ਮਾਇਨਾ ਹੈ, ਨਹੀਂ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵਿਅਰਥ ਨੇ। ਹਾਂਜੀ, ਰਹੇ ਬੰਦਗੀ ਬੀਚ ਸਦੀਵਾ, ਕਰ ਅਸਥਿਰ ਮਨ ਰਾਖੈ ਨੀਵਾ। ਰਹੇ ਬੰਦਗੀ ਬੀਚ ਸਦੀਵਾ, ਕਰ ਅਸਥਿਰ ਮਨ ਰਾਖੈ ਨੀਵਾ। ਬੰਦਗੀ ਕਰਨੀ ਹੈ, ਆਪਣੇ ਮਨ ਨੂੰ ਸਥਿਰ ਰੱਖਣਾ ਹੈ, ਡੋਲਣ ਨਹੀਂ ਦੇਣਾ। ਆਪਣੇ ਮਨ ਨੂੰ ਨੀਵਾਂ ਕਰਕੇ ਰੱਖਣਾ ਹੈ,
ਜਦੋਂ ਗੱਲ ਸਮਝ ਆਏਗੀ ਵੀ ਸਾਰਾ ਕੁਝ ਤੇ ਰੱਬ ਦਾ ਹੈ, ਕਰਦਾ ਵੀ ਉਹ ਹੈ, ਕਰਨਾ ਵੀ ਉਹਨੇ ਹੈ, ਕਰਾਉਂਦਾ ਵੀ ਉਹ ਹੀ ਹੈ। ਦੇਖੋ ਰੱਬ ਦੀ ਗੱਲ ਇਹ ਨਹੀਂ ਕਿ ਉਹ ਜੀ ਆਪੇ ਕਰਦਾ, ਜੀ ਆਪੇ ਨਹੀਂ ਕਰਦਾ, ਉਹ ਸਾਡੇ ਤੋਂ ਕਰਾਉਂਦਾ ਵੀ ਹੈ। ਆ ਜੋ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਹੈ, ਇਹ ਸਾਰਾ ਕੁਝ ਰੱਬ ਆਪ ਤਾਂ ਨਹੀਂ ਕਰਦਾ, ਉਹ ਸਾਡੇ ਤੋਂ ਹੀ ਕਰਾਉਂਦਾ ਹੈ। ਇੱਕ ਪਾਸੇ ਅੱਜ ਜ਼ੁਲਮ ਹੋ ਰਿਹਾ ਹੈ ਤੇ ਜ਼ੁਲਮੀ ਬੰਦੇ ਵੀ ਉਹਨੇ ਆਪ ਪੈਦਾ ਕੀਤੇ ਨੇ। ਇੱਕ ਪਾਸੇ ਮਜਲੂਮ ਨੇ, ਉਹ ਵੀ ਉਸ ਰੱਬ ਨੇ ਆਪ ਪੈਦਾ ਕੀਤੇ ਨੇ। ਹਾਂਜੀ, ਜਾਵਦ ਪ੍ਰੀਤ ਕਰੀ ਜਗ ਮਾਹੀ, ਤਾਵਦ ਛੂਟਣ ਇਸ ਕੋ ਨਾਹੀ। ਇਸ ਕਰਕੇ ਜਿੰਨਾ ਚਿਰ ਤੁਸੀਂ ਮਾਇਆ ਦੀ ਪ੍ਰੀਤ ਵਿੱਚ ਰਹੋਗੇ ਤਦੋਂ ਤੱਕ ਕਾਰੂ ਛੂਟਣ ਨਹੀਂ ਹੋਏਗਾ। ਸਾਈਂ ਬੁੱਲੇ ਸ਼ਾਹ ਨੇ ਜਿਹੜਾ ਰੱਬ ਦਾ ਭੇਦ ਸਮਝਾਇਆ ਉਹ ਬੜਾ ਸੌਖਾ ਹੈ। ਉਹ ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਘਰ ਉਹੀ ਰਹੂਗਾ, ਕਾਰੋਬਾਰ ਵੀ ਉਹੀ ਰਹੂਗਾ, ਅੱਖਾਂ ਵੀ ਉਹ ਨੇ, ਹੱਥ ਵੀ ਉਹ ਨੇ, ਪੈਰ ਵੀ ਉਹ ਨੇ, ਮੂੰਹ ਵੀ ਉਹ ਹੈ, ਜ਼ਬਾਨ ਵੀ ਉਹੀ ਰਹਿਣੀ ਹੈ, ਨਾਸਕਾਵਾਂ ਵੀ ਉਹ ਰਹਿਣੀਆਂ ਨੇ, ਕੰਨ ਵੀ ਇਹੋ ਹੀ ਰਹਿਣੇ ਨੇ। ਸਾਰਾ ਕੁਝ ਬਦਲ ਜਾਏਗਾ। ਕੰਨ ਇਹੀ ਹੋਣਗੇ ਪਰ ਗੀਤ ਨਹੀਂ ਸੁਣਨਗੇ, ਗੁਰਬਾਣੀ ਸੁਣਨਗੇ। ਹੱਥ ਇਹੀ ਹੋਣਗੇ, ਚੰਗੇ ਕੰਮ ਕਰਨਗੇ, ਮਾੜੇ ਨਹੀਂ ਕਰਨਗੇ। ਪੈਰ ਇਹੀ ਹੋਣਗੇ, ਚੰਗੇ ਰਸਤੇ ਤੇ ਜਾਣਗੇ, ਮਾੜੇ ਰਸਤੇ ਤੇ ਨਹੀਂ ਜਾਣਗੇ। ਪਹਿਲਾਂ ਜਿਹੜੇ ਮਾੜੇ ਤੇ ਜਾਂਦੇ ਉਹ ਵੀ ਇਹੋ ਹੀ ਪੈਰ ਸੀ। ਹੁਣ ਇਹ ਤਾਂ ਨਹੀਂ ਨਾ ਵੀ ਜੇ ਬੰਦਾ ਬਦਲੇਗਾ ਤਾਂ ਉਹਦੀ ਸਰਜਰੀ ਹੋਏਗੀ ਪੈਰਾਂ ਦੀ, ਹੱਥਾਂ ਦੀ, ਅੱਖਾਂ ਦੀ, ਕੰਨਾਂ ਦੀ। ਨਾ, ਅੱਖਾਂ ਇਹੀ ਰਹਿਣੀਆਂ ਨੇ, ਨਜ਼ਰ ਬਦਲੇਗੀ, ਹੱਥ ਇਹੀ ਰਹਿਣਗੇ, ਕੰਮ ਬਦਲ ਜਾਣਗੇ, ਘਰ ਹੀ ਰਹੇਗਾ ਪਰ ਘਰ ਦੀ ਜਿਹੜੀ ਰਹੁ ਰੀਤ ਹੈ, ਘਰ ਦਾ ਜਿਹੜਾ ਤੁਹਾਡੇ ਰਹਿਣ ਸਹਿਣ ਦਾ ਢੰਗ ਹੈ, ਉਹ ਸਾਰਾ ਹੀ ਤਬਦੀਲ ਹੋ ਜਾਏਗਾ। ਹੁਣ ਉਹ ਵੀ ਘਰ ਹੈ ਜਿਸ ਘਰ ਦੇ ਵਿੱਚ ਅੰਦਰ ਵੜੋ ਪਹਿਲਾਂ ਬਾਹਰ ਹੁੰਦੀ ਹੈ, ਪਰ ਜਦੋਂ ਤੁਸੀਂ ਬਦਲ ਜਾਓਗੇ ਫਿਰ ਉਸੇ ਘਰ ਵਿੱਚ ਉੱਥੇ ਬਾਹਰ ਨਹੀਂ ਹੋਏਗੀ। ਫਿਰ ਜਦੋਂ ਤੁਸੀਂ ਅੰਦਰ ਜਾਓਗੇ ਤੇ ਕੀ ਵੇਖੋਗੇ ਕਿ ਉਹਨਾਂ ਦੇ ਘਰ ਵਿੱਚ ਜਿਹੜੀ ਸਭ ਤੋਂ ਉੱਤਮ ਜਗ੍ਹਾ ਹੈ ਉੱਥੇ ਬਾਬਾ ਜੀ ਦਾ ਪ੍ਰਕਾਸ਼ ਹੈ। ਸਤਿਗੁਰੂ ਕਹਿਣ ਲੱਗੇ ਕਿ ਜਿੰਨਾ ਚਿਰ ਮਾਇਆ ਦੀ ਪ੍ਰੀਤ ਨਹੀਂ ਛੱਡੋਗੇ ਉਨਾ ਚਿਰ ਬਦਲਾਓ ਨਹੀਂ ਹੋਏਗਾ। ਹਾਂਜੀ, ਖਲਕ ਬਿਖੈ ਦੇਖੋ ਨਰ ਜੇਤੇ, ਖਾਣ ਪਾਣ ਕੇ ਮੀਤ ਸੁਤੇਤੇ। ਸਤਿਗੁਰੂ ਕਹਿਣ ਲੱਗੇ ਆ ਜਿਹੜੀ ਖਲਕਤ ਹੈ ਇਹਦੇ ਵਿੱਚ ਜਿੰਨੇ ਲੋਕਾਂ ਨੂੰ ਤੁਸੀਂ ਵੇਖਦੇ ਹੋ ਇਹ ਸਭ ਤੁਹਾਡੇ ਖਾਣ ਪੀਣ ਦੇ ਮਿੱਤਰ ਨੇ। ਇਹ ਸਭ ਕੁਝ ਗੁਰਬਾਣੀ 'ਚ ਲਿਖਿਆ ਹੈ। ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀਸੈ, ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ। ਤੇ ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਕਿਸੇ ਬੰਦੇ ਨੂੰ ਕਹਿ ਕੇ ਵੇਖੋ ਜੀ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ, ਉਦੋਂ ਬਾਅਦ ਉਹ ਤੁਹਾਨੂੰ ਮਿਲਣਾ ਗਿਲਣਾ ਹੀ ਛੱਡ ਦੇਗਾ। ਜਿੰਨੀ ਮਰਜ਼ੀ ਰਿਸ਼ਤੇਦਾਰੀ ਹੋਵੇ ਉਸੇ ਵੇਲੇ ਖਤਮ ਹੋ ਜਾਏਗੀ, ਭੋਗ ਪੈ ਜਾਏਗਾ। ਤੁਸੀਂ ਕਿਸੇ ਦੇ ਕੰਮ ਕਰਨੇ ਸ਼ੁਰੂ ਕਰ ਜਾਓ ਤੇ ਜਿਹੜੇ ਨਾਂ ਨਾਲ ਕਹੋਗੇ, ਤੁਸੀਂ ਕਹੋ ਜੀ ਮੈਨੂੰ ਮਾਮਾ ਕਹਿ ਕੇ ਬੁਲਾਓ, ਕਹੂਗਾ ਜੀ ਸੱਕਾ ਮਾਮਾ ਕਹਾਂਗਾ। ਤੁਸੀਂ ਕਹੋ ਜੀ ਮੈਨੂੰ ਤੂੰ ਮਾਸੜ ਫੁੱਫੜ ਕਹਿ ਕੇ ਬੁਲਾਉਣਾ ਹੈ, ਉਹ ਕਹੂਗਾ ਜੀ ਸੱਕੀ ਭੂਆ ਬਣਾ ਲਵਾਂਗਾ ਤੁਹਾਡੀ ਘਰ ਵਾਲੀ ਨੂੰ, ਸੱਕਾ ਫੁੱਫੜ ਕਹਾਂਗਾ ਤੁਹਾਨੂੰ। ਪਰ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਫਿਰ ਕੋਈ ਮਾਮੇ ਨੂੰ ਮਾਮਾ ਨਹੀਂ ਕਹੂਗਾ, ਮਾਸੜ ਨੂੰ ਮਾਸੜ ਨਹੀਂ ਕਹੂਗਾ। ਇੱਥੇ ਤਾਂ ਲੋਕ ਪਿਓ ਨੂੰ ਪਿਓ ਨਹੀਂ ਕਹਿੰਦੇ, ਲੋਕ ਬਰਾਦਰੀ ਕਹਿੰਦੀ ਹੈ ਕਾਕਾ ਤੇਰਾ ਬਾਪ ਹੈ, ਕਹਿੰਦਾ ਪਰਾਂ ਮਰੇ ਹੋ ਜਾ ਪਿਓ, ਇਹਦੇ ਕੋਲ ਲੈਣਾ ਕੀ ਹੈ ਮੈਂ। ਕੀ ਬਾਪ ਬਦਲਿਆ ਜਾ ਸਕਦਾ ਹੈ? ਮਾਂ ਬਦਲੀ ਜਾ ਸਕਦੀ ਹੈ? ਨਹੀਂ। ਤੁਸੀਂ ਉਸ ਤੋਂ ਬਾਅਦ ਵਰਤੋ, ਮਿਲੋ ਨਾ ਮਿਲੋ, ਪਰ ਇਹ ਰਿਸ਼ਤੇ ਕਦੇ ਵੀ ਤਬਦੀਲ ਨਹੀਂ ਹੋ ਸਕਦੇ। ਪਰ ਇੱਥੇ ਆਪਾਂ ਵੇਖਦੇ ਹਾਂ ਇੰਨਾ ਖੂਨ ਚਿੱਟਾ ਹੁੰਦਾ, ਸਾਰਾ ਕੁਝ ਹੀ ਬਦਲਦਾ। ਮਾਪੇ ਕਮਾਪੇ ਵੀ ਹੁੰਦੇ ਵੇਖੇ ਨੇ, ਪੁੱਤਰ ਕਪੁੱਤਰ ਵੀ ਹੁੰਦੇ, ਆਪਾਂ ਵੇਖਦੇ ਹਾਂ। ਹਾਂਜੀ, ਜਬ ਲਹੁ ਖਾਵੇ ਤਬ ਲਹੁ ਮੀਤਾ,
ਪਾਏ ਨ ਜਬ ਹੋਏ ਦੁਸ਼ਮਣ ਰੀਤਾ। ਸਤਿਗੁਰੂ ਕਹਿਣ ਲੱਗੇ ਕਾਰੂ ਜਦੋਂ ਤੱਕ ਖਾਣਗੇ ਤਾਂ ਮਿੱਤਰ ਨੇ। ਅਗਲੀ ਗੱਲ ਹੋਰ ਵੇਖੋ, ਸਤਿਗੁਰੂ ਕਹਿੰਦੇ ਜਦੋਂ ਨਹੀਂ ਖਾਣ ਨੂੰ ਦੇਂਗਾ ਤੇਰੇ ਦੁਸ਼ਮਣ ਬਣਨਗੇ, ਇਹ ਨਹੀਂ ਛੱਡ ਦੇਣਗੇ। ਵੇਖੋ ਮੈਂ ਹੁਣ ਤੱਕ ਜਿੰਨੀਆਂ ਬੇਨਤੀਆਂ ਕੀਤੀਆਂ ਨੇ ਕਿ ਤੁਹਾਨੂੰ ਛੱਡ ਦੇਣਗੇ, ਸਤਿਗੁਰੂ ਕਹਿਣ ਲੱਗੇ ਛੱਡਣਗੇ ਵੀ ਨਹੀਂ, ਇਹ ਤੇਰੇ ਦੁਸ਼ਮਣ ਬਣਨਗੇ। ਉਸ ਤੋਂ ਬਾਅਦ ਤੇਰੇ ਨਾਲ ਵੈਰ ਕਮਾਉਣਗੇ, ਇਹ ਤੈਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਨਗੇ। ਹਾਂਜੀ, ਆਪਣਾ ਪਰ ਕਾ ਜਗਤ ਸਬਾਏ, ਨਿਰ ਧਨ ਭਏ ਨਾ ਦੇਖੇ ਆਏ। ਆਪਣੇ ਪਰਾਏ ਹੋ ਜਾਂਦੇ ਨੇ, ਤੁਸੀਂ ਨਿਰਧਨ ਹੋ ਜਾਓ, ਲੋਕ ਤੁਹਾਨੂੰ ਵੇਖਣ ਵੀ ਨਹੀਂ ਆਉਣਗੇ। ਧਨਵਾਨ ਹੋਵੋਗੇ ਤੇ ਮਿਲਣ ਆਉਣਗੇ, ਤੁਹਾਡੇ ਕੋਲੇ ਪੈਸੇ ਹੋਣਗੇ ਤੇ ਲੋਕ ਮਿਲਣ ਆਉਣਗੇ। ਜਦੋਂ ਨਹੀਂ ਆਉਣਗੇ ਤੇ ਇਹ ਵੀ ਵੇਖਣ ਨਹੀਂ ਆਉਣਗੇ ਵੀ ਹੈਗਾ ਕਿ ਮਰ ਗਿਆ। ਇੰਨਾ ਵੀ ਟਾਈਮ ਨਹੀਂ ਕੋਈ ਆਪਣਾ ਵੇਸਟ ਕਰੇਗਾ, ਇੰਨਾ ਵੀ ਟਾਈਮ ਕੋਈ ਗਵਾਉਣਾ ਮੁਨਾਸਬ ਨਹੀਂ ਸਮਝੇਗਾ। ਹਾਂਜੀ, ਅਸ ਵਿਚਾਰ ਕਰ ਕੈ ਉਰ ਮਾਹੀ, ਮੋਹ ਕੁਟੰਬ ਤਜੋ ਕਛ ਨਾਹੀ। ਸਤਿਗੁਰੂ ਕਹਿਣ ਲੱਗੇ ਕਾਰੂ ਇਹ ਗੱਲਾਂ ਆਪਣੇ ਮਨ ਵਿੱਚ ਵਸਾ ਕੇ ਪਰਿਵਾਰ ਦਾ ਮੋਹ ਛੱਡ ਦੇ। ਦੇਖੋ ਸਤਿਗੁਰੂ ਨੇ ਕਿਤੇ ਨਹੀਂ ਕਿਹਾ ਪਰਿਵਾਰ ਛੱਡ ਦਿਓ, ਨਾ, ਪਰਿਵਾਰ ਦਾ ਮੋਹ ਛੱਡ ਦਿਓ। ਜਿਹੜਾ ਪਰਿਵਾਰ ਲਈ ਅਸੀਂ ਲੋਕਾਂ ਨਾਲ ਮਾੜਾ ਕਰਦੇ ਉਹ ਛੱਡ ਦਿਓ। ਅਗਰ ਤੁਸੀਂ ਪਰਿਵਾਰ ਲਈ ਰੋਟੀ ਰੋਜੀ ਕਮਾਉਂਦੇ ਹੋ ਤੇ ਠੀਕ ਹੈ, ਪਰ ਆਪਣੇ ਪਰਿਵਾਰ ਲਈ ਲੋਕਾਂ ਦੇ ਪਰਿਵਾਰ ਉਜਾੜਨੇ ਉਹ ਬੰਦ ਕਰ ਦਿਓ। ਹਾਂਜੀ, ਧਨ ਲੋ ਇਨ ਕੀ ਮੀਤਤਾ, ਦੁਖ ਮਹਿ ਕਾਮ ਨ ਆਏ। ਇਹਨਾਂ ਦੁਨੀਆ ਦੇ ਲੋਕਾਂ ਦੀ ਮਿੱਤਰਤਾ ਪੈਸਿਆਂ ਤੱਕ ਹੈ, ਪਰ ਜਿੱਦਣ ਤੁਹਾਨੂੰ ਕੰਮ ਪੈ ਗਿਆ ਇਹ ਮਿੱਤਰਤਾ ਤੁਹਾਡੇ ਕੰਮ ਨਹੀਂ ਆਉਣੀ। ਲੋੜ ਵੇਲੇ ਇਹਨਾਂ ਨੇ ਤੁਹਾਡੇ ਕੰਮ ਨਹੀਂ ਜੇ ਆਉਣਾ। ਹਾਂਜੀ, ਦੁਖ ਸੁਖ ਕਰੇ ਸਹਾਇਤਾ, ਐਸਾ ਏਕ ਖੁਦਾਏ। ਫਿਰ ਦੁੱਖ ਤੇ ਸੁੱਖ ਵਿੱਚ ਕੌਣ ਮਦਦ ਕਰਦਾ ਹੈ? ਤੇ ਸਤਿਗੁਰੂ ਕਹਿਣ ਲੱਗੇ ਰੱਬ ਕਰਦਾ ਹੈ। ਦੁੱਖ ਵਿੱਚ ਵੀ ਤੁਹਾਡੇ ਨਾਲ ਹੈ, ਸੁੱਖ ਹੋਏਗਾ ਤਾਂ ਵੀ ਤੁਹਾਡੇ ਨਾਲ ਹੈ, ਕਦੇ ਤੁਹਾਨੂੰ ਛੱਡ ਕੇ ਨਹੀਂ ਜਾਏਗਾ। ਹਾਂਜੀ, ਜਗ ਕੀ ਪ੍ਰੀਤ ਨ ਕਾਹੂ ਕਾਜਾ, ਪਰੈ ਆਏ ਦੁਖ ਜਾਵੇ ਭਾਜਾ। ਜਗਤ ਵਾਲੀ ਪ੍ਰੀਤ ਵਿਅਰਥ ਹੈ, ਜਦੋਂ ਪਰੇ ਆਏ ਦੁੱਖ, ਜਦੋਂ ਤੁਹਾਨੂੰ ਦੁੱਖ ਆਉਣਗੇ ਇਹ ਤੁਹਾਨੂੰ ਲੋਕ ਛੱਡ ਕੇ ਚਲੇ ਜਾਣਗੇ। ਹਾਂਜੀ, ਸ਼੍ਰੀ ਪ੍ਰਭ ਕੀ ਹੈ ਨੀਕੀ ਪ੍ਰੀਤਾ, ਕਰੋ ਸਦੀਵ ਤਾਹੇ ਸੋਹੀਤਾ। ਰੱਬ ਦੀ ਪ੍ਰੀਤ ਸਭ ਤੋਂ ਵਧੀਆ, ਇਸ ਕਰਕੇ ਹਿੱਤ ਲਾ ਕੇ ਕਰੋ, ਪਿਆਰ ਲਾ ਕੇ ਕਰੋ, ਮਨ ਜੋੜ ਕੇ ਕਰੋ, ਇਕਾਗਰ ਚਿੱਤ ਹੋ ਕੇ ਰੱਬ ਨੂੰ ਪ੍ਰੇਮ ਕਰੋ, ਰੱਬ ਨੂੰ ਸਿਮਰੋ, ਉਹਨੂੰ ਚੇਤੇ ਕਰੋ। ਹਾਂਜੀ, ਅੰਤ ਕਾਲ ਮਹਿ ਲੇਤ ਛੁਟਾਏ, ਇਤ ਉਤ ਜੋ ਸੁਖ ਦਾ ਸਮਦਾਏ। ਇੱਥੇ ਉੱਥੇ ਤੁਹਾਨੂੰ ਸੁਖ ਦੇਵੇਗਾ। ਜਦੋਂ ਕਦੇ ਮੁਸੀਬਤ ਆਏਗੀ, ਅੰਤ ਕਾਲ ਆਵੇਗਾ ਤੇ ਪ੍ਰਮਾਤਮਾ ਤੁਹਾਨੂੰ ਛਡਾ ਲਵੇਗਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਐਸੇ ਬਚਨ ਸੁਣੇ ਕਾਰੂ ਜਬ, ਦੀਨ ਭਇਓ ਗੁਰ ਚਰਨ ਗਹੇ ਤਬ। ਫਿਰ ਕਾਰੂ ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਕੜੇ। ਹਾਂਜੀ, ਤੁਮ ਜੋ ਕਹੋ ਕਰੋ ਮੈਂ ਸੋਏ, ਔਰ ਨ ਮੋਤੇ ਅਬ ਕੁਛ ਹੋਏ। ਕਹਿਣ ਲੱਗਾ ਜੀ ਅੱਜ ਤੋਂ ਬਾਅਦ ਉਹੀ ਕਰਾਂਗਾ ਜੋ ਤੁਸੀਂ ਕਹੋਗੇ, ਤੁਹਾਡੇ ਕਹੇ ਤੋਂ ਬਿਨਾ ਮੈਂ ਹੁਣ ਹੋਰ ਕੁਛ ਕਰਨਾ ਹੀ ਨਹੀਂ। ਹਰ ਸਿੱਖ ਦੀ ਮਰਿਆਦਾ ਇਹ ਹੋਣੀ ਚਾਹੀਦੀ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੇ ਦੱਸੇ ਤੋਂ ਬਾਹਰ ਨਹੀਂ ਜਾਣਾ। ਹਾਂਜੀ, ਸ਼ਰਨ ਪਰਿਓ ਮੈਂ ਰਾਵਰ ਕੇਰੀ, ਸ਼ਰਦਾ ਭੀ ਪਦ ਕੰਜ ਕਨੇਰੀ। ਗੁਰੂ ਜੀ ਨੂੰ ਕਹਿਣ ਲੱਗਾ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ। ਹੁਣ ਮੇਰੇ ਅੰਦਰ ਜਿਹੜੀ ਸ਼ਰਧਾ ਹੈ ਇਹ ਅਥਾਹ ਸ਼ਰਧਾ ਹੈ, ਪੂਰਨ ਭਰੋਸਾ ਹੁਣ ਮੈਨੂੰ ਤੁਹਾਡੇ ਚਰਨਾਂ ਤੇ ਹੈ। ਹਾਂਜੀ, ਸ਼੍ਰੀ ਨਾਨਕ ਬੋਲੇ ਬਹਰ, ਅਵਲੋਕਿਓ ਮਨ ਦੀਨਾ। ਸਤਿਗੁਰੂ ਪਿਤਾ ਜੀ ਨੇ ਜਦੋਂ ਉਹਦਾ ਮਨ ਦੀਨ ਹੋਇਆ ਵੇਖਿਆ, ਗਰੀਬ ਹੋਇਆ ਵੇਖਿਆ, ਤੁਸੀਂ ਬੰਦੇ ਨੂੰ ਹੱਥ ਜੋੜਦਿਆਂ ਵੇਖਿਆ
ਤੇ ਕਈ ਬੰਦੇ ਹੱਥ ਜੋੜਦਿਆਂ ਵੀ ਕਹਿੰਦੇ ਹੁੰਦੇ ਨੇ ਵੀ ਕੋਈ ਨਹੀਂ, ਮੈਨੂੰ ਕੰਮ ਆਪਣਾ ਕੱਢ ਲੈਣ ਦੇ, ਫਿਰ ਤੈਨੂੰ ਮੈਂ ਟੱਕਰਾਂਗਾ। ਮਨ 'ਚ ਇਹ ਚੱਲਦਾ ਹੁੰਦਾ ਹੈ। ਨਹੀਂ, ਜਦੋਂ ਮਨ ਕਰਕੇ ਬੰਦਾ ਦੀਨ ਹੋਵੇ ਕਿ ਨਹੀਂ ਮੈਂ ਕੁਛ ਨਹੀਂ ਆ, ਮੇਰੇ ਪੱਲੇ ਕੁਝ ਨਹੀਂ ਹੈ, ਜਿਹੜੀ ਦੀਨਤਾ ਉਹ ਮਨ ਦੀ ਪ੍ਰਵਾਨ ਹੈ। ਸਰੀਰ ਦੇ ਤੇ ਢੌਂਗ ਨੇ ਜਿਹੜੇ ਬੰਦਾ ਹੱਥ ਜੋੜਦਾ ਹੈ, ਤਾਂ ਕਈ ਵਾਰੀ ਬੰਦਾ ਇਹ ਐਵੇਂ ਲੋਕਾਂ ਨੂੰ ਤਮਾਸ਼ੇ ਕਰਕੇ ਵੀ ਵਿਖਾਉਂਦਾ ਹੈ। ਜਦੋਂ ਮਨ ਕਰਕੇ ਦੀਨ ਹੋਇਆ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਹਾਂਜੀ, ਬੰਦੀ ਖਾਨਾ ਛੋੜ ਤੂੰ, ਮਨ ਜੋ ਕੈਦ ਜੇ ਕੀਨਾ। ਸਤਿਗੁਰੂ ਕਹਿਣ ਲੱਗੇ ਫਿਰ ਸਾਡਾ ਪਹਿਲਾ ਬਚਨ ਮੰਨ। ਕਹਿੰਦਾ ਜੀ ਦੱਸੋ? ਕਹਿੰਦੇ ਜਿੰਨੇ ਬੰਦੇ ਤੇਰੀਆਂ ਜੇਲ੍ਹਾਂ ਵਿੱਚ ਨੇ ਸਾਰੇ ਛੱਡ ਦੇ। ਜੇ ਤੂੰ ਕਹਿਣਾ ਵੀ ਅੱਜ ਤੋਂ ਬਾਅਦ ਤੇ ਉਹੀ ਕਰਾਂਗਾ ਜੀ ਜੋ ਤੁਸੀਂ ਕਹੋਗੇ, ਤੇ ਸਤਿਗੁਰੂ ਕਹਿੰਦੇ ਪਹਿਲਾਂ ਜਿਹੜੇ ਬੰਦੀ ਬਣਾਏ ਨੇ, ਜਿਹੜੇ ਕੈਦਖਾਨੇ ਵਿੱਚ ਸੁੱਟੇ ਲੋਕ ਨੇ, ਸਾਰਿਆਂ ਨੂੰ ਅੱਜ ਬਰੀ ਕਰ, ਸਾਰਿਆਂ ਨੂੰ ਰਿਹਾ ਕਰ। ਹਾਂਜੀ, ਜਹ ਜਹ ਨਰ ਤਹ ਕੈਦ ਕਰਾਏ, ਪੱਠੇ ਦੂਤ ਤਤਕਾਲ ਛੁਡਾਏ। ਜਿੱਥੇ ਜਿੱਥੇ ਮਨੁੱਖ ਰਹਿੰਦੇ ਸੀ, ਕੈਦੀ ਸੀ, ਇਹਨੇ ਆਪਣੇ ਦੂਤ ਭੇਜੇ ਤੇ ਉਹਨਾਂ ਸਾਰਿਆਂ ਨੂੰ ਛਡਵਾਇਆ, ਗੁਰੂ ਜੀ ਦਾ ਬਚਨ ਮੰਨਿਆ। ਹਾਂਜੀ, ਦਰਬਖ ਸੋਟਿਓ ਦਿਓ ਦਿਵਾਏ, ਧਾਮਣ ਵਿਖੈ ਸਰਬ ਪਹੁੰਚਾਏ। ਸਾਰਿਆਂ ਦਾ ਧਨ ਵਾਪਸ ਕੀਤਾ, ਸਭ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ ਵਿੱਚ ਵਾਪਸ ਪਹੁੰਚਾਇਆ। ਹਾਂਜੀ, ਗੁਰੂ ਕਹੈ ਸਿਮਰੋ ਸਤਨਾਮੁ, ਸਦਾ ਸਹਾਈ ਸਭ ਸੁਖ ਧਾਮੁ। ਸਤਿਗੁਰੂ ਨੇ ਸਾਰਿਆਂ ਨੂੰ ਸਮਝਾਇਆ ਵੀ ਅੱਜ ਤੋਂ ਬਾਅਦ ਤੁਸੀਂ ਸਤਨਾਮ ਦਾ ਸਿਮਰਨ ਕਰਨਾ ਹੈ। ਇੱਕ ਰੱਬ ਹੀ ਹੈ ਜਿਹੜਾ ਤੁਹਾਡਾ ਹਰ ਦੁੱਖ ਸੁੱਖ ਦੇ ਵਿੱਚ ਮਦਦਗਾਰ ਹੋ ਸਕਦਾ ਹੈ। ਹਾਂਜੀ, ਆਗਹਿ ਆਜਿਜ ਰੱਖਿਆ ਕਰੀਐ, ਉਰ ਤੇ ਜ਼ੁਲਮੀ ਸਗਲ ਪਰ ਹਰੀਐ। ਸਤਿਗੁਰੂ ਜੀ ਨੇ ਆਖਿਆ ਕਿ ਅੱਜ ਤੋਂ ਬਾਅਦ ਤੂੰ ਗਰੀਬ ਦੀ, ਆਜਿਜ਼ ਦੀ ਰੱਖਿਆ ਕਰਨੀ ਹੈ, ਤੇ ਜ਼ੁਲਮ ਕੋਈ ਕਰੇ ਤੇ ਉਹਦਾ ਵਿਰੋਧ ਕਰਨਾ ਹੈ। ਇਹ ਦੋ ਗੱਲਾਂ ਦਾ ਧਿਆਨ ਰੱਖਣਾ, ਜ਼ੁਲਮ ਨਹੀਂ ਸਹਾਰਨਾ, ਗਰੀਬ ਦੀ ਰੱਖਿਆ ਕਰਨੀ ਹੈ ਤੇ ਜ਼ਾਲਮ ਦੀ ਭਖਿਆ ਕਰਨੀ ਹੈ। ਕਹਿੰਦੇ ਖਾਲਸਾ ਬਣਾਇਆ ਹੀ ਰੱਬ ਨੇ ਇਸੇ ਕਰਕੇ ਹੈ। ਹਾਂਜੀ, ਕਲ ਮਲ ਕਰ ਜੋ ਤਨ ਇਕ ਠਾਏ, ਦੇਹੁ ਖਰਾਇਤ ਨਾਏ ਖੁਦਾਏ। ਸਤਿਗੁਰੂ ਕਹਿਣ ਲੱਗੇ ਜਿਹੜਾ ਧਨ ਇਕੱਠਾ ਕੀਤਾ ਹੀ ਬਣਾ, ਇਹਨੂੰ ਰੱਬ ਦੀ ਖਰਾਇਤ ਵੰਡ ਸਾਰਿਆਂ ਵਿੱਚ। ਭਾਵ ਜਿਵੇਂ ਇਕੱਠਾ ਕੀਤਾ ਉਵੇਂ ਵੰਡੋ ਸਾਰਿਆਂ ਵਿੱਚ। ਸਭ ਪਾਪ ਦਾ ਧਨ 45 ਗੰਜ ਜਿਹੜੇ ਤੇਰੇ ਕੋਲ ਨੇ ਇਹ ਵੰਡੋ। ਹਾਂਜੀ, ਕਰੋ ਬੰਦਗੀ ਹੋਏ ਅਤੀਨ, ਆਪਣਾ ਭਲਾ ਹਿਰਦੇ ਇਉ ਚੀਨ। ਇਹਦੇ ਵਿੱਚ ਕਾਰੂ ਤੇਰਾ ਭਲਾ ਹੈ। ਇਸ ਤੋਂ ਅੱਗੇ ਫਿਰ ਤੇਰੀ ਬੰਦਗੀ ਸ਼ੁਰੂ ਹੋਏਗੀ। ਪਹਿਲਾਂ ਕੈਦੀ ਛੱਡ, ਉਹਨਾਂ ਨੂੰ ਘਰ ਪਹੁੰਚਾ, ਫਿਰ ਆਪਣੇ ਖਜ਼ਾਨੇ ਖਾਲੀ ਕਰ, ਉਹ ਗਰੀਬਾਂ ਵਿੱਚ ਵੰਡ। ਇਸ ਤੋਂ ਅੱਗੇ ਤੇਰੀ ਭਗਤੀ ਦੀ ਗੱਲ ਸ਼ੁਰੂ ਹੋਏਗੀ, ਇਹਦੇ ਨਾਲ ਤੇਰਾ ਭਲਾ ਹੋਏਗਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।